डॉक्टर हरीश मल्होत्रा ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਅੱਜ ਫਿਰ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਕਿਤਾਬ ਸੁਨਹਿਰਾ ਭਵਿੱਖ ਵਿੱਚੋਂ ਪਹਿਲਾਂ ਇੱਕ ਚੈਪਟਰ ਪੜ੍ਹਦਾ ਅਤੇ ਫਿਰ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਆਪਣੀ ਉਸ ਲੇਖ ਵਿੱਚ ਉਸ ਨਿਬੰਧ ਵਿੱਚ ਉਠਾਏ ਹੁੰਦੇ ਹੈ ਜਾਂ ਇਨਕੇ ਜਿਹੜੇ ਕੁਛ ਨੁਕਤੇ ਮੈਂ ਉਸ ਲੇਖ ਵਿੱਚ ਨਹੀਂ ਉਠਾਏ ਹੁੰਦੇ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਟੈਲੀਫੋਨ ਨੰਬਰ ਬਰਤਾਨੀਆ ਵਿੱਚ 01215024 ਹੈਗਾ, ਜਿਹੜਾ ਕਿ ਸਕਰੀਨ 'ਤੇ ਵੀ ਆ ਰਿਹਾ। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ 0044125024 ਨੰਬਰ ਘੁਮਾਉਣਾ ਪਊਗਾ। ਮੈਂ ਜਿਸ ਤਰ੍ਹਾਂ ਹਰ ਵਾਰੀ ਕਹਿੰਦਾ ਹਾਂ ਆਪਣੇ ਟੈਕਨੀਸ਼ੀਅਨ ਵਿਜੇ ਮੋਮੀ ਜੀ ਦਾ ਅਤੇ ਭੈਣ ਜੀ ਭੋਲੀ ਜੀ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ, ਅਤੇ ਬੰਗਾ ਸਾਹਿਬ ਦਾ ਜਿਹੜੇ ਕਿ ਇਸ ਚੈਨਲ ਦੇ ਮਾਲਕ ਹੈਗੇ ਆ। ਅਤੇ ਜੇ ਤੁਸੀਂ ਵੀ ਸਾਡੇ ਇਸ ਚੈਨਲ ਦੀ ਸਪੋਰਟ ਕਰੋਗੇ ਤਾਂ ਅਸੀਂ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਉਹਨਾਂ ਮਸਲਿਆਂ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦਾ ਜਿਹੜੇ ਕਿ ਸਮਾਜਿਕ ਮਸਲੇ ਹੁੰਦੇ ਆ, ਜਿਹੜੇ ਤੁਹਾਡੇ ਨਾਲ ਸੰਬੰਧਿਤ ਹੁੰਦੇ ਆ, ਮੇਰੇ ਨਾਲ ਸੰਬੰਧਿਤ ਹੁੰਦੇ ਅਤੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਆ। ਅਤੇ ਅੱਜ ਵੀ ਜਿਹੜਾ ਹੈਗਾ ਮੈਂ ਉਹੋ ਜਿਹਾ ਹੀ ਇੱਕ ਲੇਖ ਜਣ ਕੇ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਨਾਲ ਸੰਬੰਧਿਤ ਹੈ, ਮੇਰੇ ਨਾਲ ਸੰਬੰਧਿਤ ਹੈ ਅਤੇ ਆਮ ਲੋਕਾਂ ਨਾਲ ਸੰਬੰਧਿਤ ਹੈ। ਮੈਂ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦੀ ਹੈਗਾ ਜੋ ਮੈਨੂੰ ਗਾਹੇ ਬਗਾਹੇ ਮਿਲ ਕੇ ਅਤੇ ਟੈਲੀਫੋਨ ਦੇ ਰਾਹੀਂ ਹੱਲਾਸ਼ੇਰੀ ਦਿੰਦੇ ਆ ਅਤੇ ਨਾਲ ਦੀ ਨਾਲ ਹੀ ਕੁਛ ਜਿਹੜੇ ਅਸਾਰੂ ਸੁਝਾਅ ਹੈਗੇ ਆ ਉਹ ਵੀ ਦਿੰਦੇ ਅਤੇ ਜਿਨ੍ਹਾਂ ਨੂੰ ਮੈਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ। ਅਤੇ ਮੈਂ ਹੁਣ ਆਪਣਾ ਲੇਖ ਜਿਹੜਾ ਹੈਗਾ ਉਹ ਸ਼ੁਰੂ ਕਰਦਾ ਜਿਹੜਾ ਕਿ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹੈਗਾ, ਜਿਹੜਾ ਸਿਰਲੇਖ ਹੈ ਖੁਦਗਰਜ਼ੀ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਸੈਲਫਿਸ਼ਨੈਸ ਕਹਿੰਦੇ ਹੈਗੇ ਹਾਂ। ਹਰ ਰੋਜ਼ ਲੋਕਾਂ ਨੂੰ ਦੂਜਿਆਂ ਦਾ ਭਲਾ ਕਰਨ ਦੇ ਕਈ ਮੌਕੇ ਮਿਲਦੇ ਹਨ, ਪਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤੇ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਇਹ ਰਵੱਈਆ ਹਰ ਪਾਸੇ ਦੇਖਣ ਨੂੰ ਮਿਲਦਾ ਹੈ। ਉਹ ਬੇਸ਼ਰਮ ਹੋ ਕੇ ਲੋਕਾਂ ਨੂੰ ਕਈ ਢੰਗ ਤਰੀਕੇ ਨਾਲ ਠੱਗ ਲੈਂਦੇ ਹਨ, ਗਲਤ ਤਰੀਕੇ ਨਾਲ ਕਾਰ ਚਲਾਉਂਦੇ ਹਨ, ਗਾਲਾਂ ਕੱਢਦੇ ਹਨ ਅਤੇ ਆਪਣਾ ਗੁੱਸਾ ਝਾੜਦੇ ਹਨ। ਇਹ ਖੁਦਗਰਜ਼ ਰਵੱਈਆ ਕਈ ਘਰਾਂ ਵਿੱਚ ਵੀ ਨਜ਼ਰ ਆਉਂਦਾ ਹੈ। ਮਿਸਾਲ ਲਈ ਕਈ ਪਤੀ ਪਤਨੀ ਇਸ ਕਰਕੇ ਤਲਾਕ ਲੈ ਲੈਂਦੇ ਹਨ ਕਿਉਂਕਿ ਇੱਕ ਜਣਾ ਸੋਚਦਾ ਹੈ ਕਿ ਉਸ ਨੂੰ ਕੋਈ ਹੋਰ ਬਿਹਤਰ ਇਨਸਾਨ ਮਿਲ ਸਕਦਾ ਹੈ। ਕੁਝ ਮਾਂ ਬਾਪ ਵੀ ਆਪਣੇ ਬੱਚਿਆਂ ਅੰਦਰ ਖੁਦਗਰਜ਼ ਰਵੱਈਆ ਪੈਦਾ ਕਰ ਸਕਦੇ ਹਨ। ਕਿਵੇਂ? ਉਹ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਅਨੁਸ਼ਾਸਨ ਸਿਖਾਉਣ ਤੋਂ ਹਿਚਕਚਾਉਂਦੇ ਹਨ। ਦੂਜੇ ਪਾਸੇ ਕਈ ਮਾਂ ਬਾਪ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਉਹ ਦੂਜਿਆਂ ਬਾਰੇ ਪਹਿਲਾਂ ਸੋਚਣ ਜਿਸ ਵਿੱਚ ਉਹਨਾਂ ਦਾ ਹੀ ਭਲਾ ਹੈ। ਜਿਹੜੇ ਬੱਚੇ ਹੋਰਨਾਂ ਦਾ ਲਿਹਾਜ਼ ਕਰਦੇ ਹਨ ਉਹਨਾਂ ਦੇ ਜ਼ਿਆਦਾ ਦੋਸਤ ਬਣਦੇ ਹਨ ਅਤੇ ਉਹਨਾਂ ਦਾ ਦੂਜਿਆਂ ਨਾਲ ਚੰਗਾ ਰਿਸ਼ਤਾ ਬਣਿਆ ਰਹਿੰਦਾ ਹੈ ਕਿਉਂਕਿ ਲੈਣ ਨਾਲੋਂ ਦੇਣ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹੋ ਕਿ ਚੰਗੇ ਬਣਨ ਦੇ ਫਾਇਦੇ ਹਨ ਅਤੇ ਉਹ ਆਪਣੇ ਆਲੇ ਦੁਆਲੇ ਦੇ ਖੁਦਗਰਜ਼ ਰਵੱਈਏ ਤੋਂ ਬਚ ਕੇ ਰਹਿ ਸਕਦੇ ਹਨ। ਖੋਜਕਾਰਾਂ ਨੇ ਚਿੰਤਾ ਵਿੱਚ ਪਾਉਣ ਵਾਲਾ ਇਹ ਰੁਝਾਨ ਦੇਖਿਆ ਹੈ। ਕਈ ਨੌਜਵਾਨ ਮੁਟਿਆਰਾਂ ਇਸ ਰਵੱਈਏ ਨਾਲ ਕੰਮ 'ਤੇ ਜਾਣਾ ਸ਼ੁਰੂ ਕਰਦੇ ਹਨ ਕਿ ਉਹਨਾਂ ਨੂੰ ਕਾਮਯਾਬੀ ਮਿਲੇਗੀ, ਭਾਵੇਂ ਕਿ ਉਹਨਾਂ ਨੇ ਇਸ ਵਾਸਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਹੈ ਜਾਂ ਬਿਲਕੁਲ ਨਹੀਂ ਕੀਤੀ। ਕੁਝ ਸੋਚਦੇ ਹਨ ਕਿ ਆਪਣੇ ਕੰਮ ਵਿੱਚ ਮਾਹਰ ਹੋਣ ਤੋਂ ਬਿਨਾਂ ਹੀ ਉਹਨਾਂ ਦੀ ਫਟਾਫਟ ਤਰੱਕੀ ਹੋ ਜਾਵੇਗੀ। ਕਈ ਆਪਣੇ ਆਪ ਨੂੰ ਖਾਸ ਸਮਝਦੇ ਹਨ, ਇਸ ਲਈ ਉਹ ਸੋਚਦੇ ਹਨ ਕਿ ਉਹਨਾਂ ਨਾਲ ਦੂਜਿਆਂ ਨਾਲੋਂ ਜ਼ਿਆਦਾ ਚੰਗਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੂਜਿਆਂ ਦੀ ਨਜ਼ਰ ਵਿੱਚ ਉਹ ਖਾਸ ਨਹੀਂ ਹਨ ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਕਈ ਵਾਰ ਕੁਝ ਲੋਕ ਇਸ ਲਈ ਖੁਦ ਨੂੰ ਕਿਸੇ ਚੀਜ਼ ਦੇ ਹੱਕਦਾਰ ਸਮਝਦੇ ਹਨ ਕਿਉਂਕਿ ਉਹਨਾਂ ਦਾ ਪਾਲਣ ਪੋਸ਼ਣ ਹੀ ਇਸ ਤਰੀਕੇ ਨਾਲ ਹੋਇਆ ਹੁੰਦਾ ਹੈ। ਮਿਸਾਲ ਲਈ ਹਾਲ ਦੇ ਦਹਾਕਿਆਂ ਵਿੱਚ ਇਹ ਰੁਝਾਨ ਆਮ ਹੀ ਦੇਖਣ ਨੂੰ ਮਿਲਿਆ ਹੈ ਕਿ ਇਨਸਾਨ ਨੂੰ ਆਤਮ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਦਾ ਮਾਪਿਆਂ 'ਤੇ ਬਹੁਤ ਜ਼ਿਆਦਾ ਅਸਰ ਹੋਇਆ ਵੀ। ਇਸ ਸਿਧਾਂਤ ਦਾ ਮਕਸਦ ਸਹੀ ਜਾਪਦਾ ਸੀ। ਜੇ ਬੱਚਿਆਂ ਦੀ ਥੋੜ੍ਹੀ ਜਿਹੀ ਤਾਰੀਫ ਕਰਨੀ ਚੰਗੀ ਗੱਲ ਹੈ ਤਾਂ ਜ਼ਿਆਦਾ ਤਾਰੀਫ ਕਰਨੀ ਤਾਂ ਹੋਰ ਵੀ ਵਧੀਆ ਗੱਲ ਹੈ। ਦੂਜੇ ਪਾਸੇ ਇਹ ਵੀ ਸੋਚਿਆ ਜਾਂਦਾ ਸੀ ਕਿ ਬੱਚੇ ਦੀ ਕਿਸੇ ਵੀ ਗੱਲ 'ਤੇ ਨਾਰਾਜ਼ ਹੋਣ ਨਾਲ ਉਹਦਾ ਹੌਸਲਾ ਢਹਿ ਜਾਵੇਗਾ। ਜਿਸ ਦੁਨੀਆ ਵਿੱਚ ਆਪਣੇ ਆਪ ਨੂੰ ਉੱਚਾ ਸਮਝਣ ਦਾ ਰੁਝਾਨ ਹੈ ਉਸ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਵਡਿਆਉਂਦੇ ਨਹੀਂ ਤਾਂ ਤੁਸੀਂ ਚੰਗੇ ਮਾਪੇ ਨਹੀਂ ਕਹਿਲਾਓਗੇ। ਮਾਪਿਆਂ ਨੂੰ ਕਿਹਾ ਗਿਆ ਸੀ ਕਿ ਉਹ ਬੱਚਿਆਂ ਨੂੰ ਕਦੇ ਕੁਝ ਇਸ ਤਰ੍ਹਾਂ ਦਾ ਨਾ ਕਹਿਣ ਜਿਸ ਕਰਕੇ ਬੱਚੇ ਆਪਣੇ ਬਾਰੇ ਘਟੀਆ ਸੋਚਣ। ਇਸ ਲਈ ਕਈ ਮਾਂ ਬਾਪ ਆਪਣੇ ਬੱਚਿਆਂ ਦੀ ਤਾਰੀਫ ਦੇ ਪੁਲ ਬੰਨ੍ਹਣ ਲੱਗੇ ਭਾਵੇਂ ਕਿ ਬੱਚਿਆਂ ਨੇ ਇਸ ਲਾਇਕ ਕੁਝ ਖਾਸ ਕੀਤਾ ਵੀ ਨਹੀਂ ਸੀ। ਇਹ ਰੁਝਾਨ ਏਸ਼ੀਆਈ ਪਰਿਵਾਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ। ਬੱਚਿਆਂ ਦੀ ਹਰ ਛੋਟੀ ਮੋਟੀ ਕਾਮਯਾਬੀ ਦੇ ਜਸ਼ਨ ਮਨਾਏ ਜਾਣ ਲੱਗੇ ਅਤੇ ਹਰ ਗਲਤੀ ਨੂੰ
ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ, ਭਾਵੇਂ ਉਹ ਕਿੰਨੀ ਵੱਡੀ ਕਿਉਂ ਨਹੀਂ ਸੀ। ਉਹਨਾਂ ਮਾਪਿਆਂ ਦਾ ਮੰਨਣਾ ਸੀ ਕਿ ਆਤਮ ਵਿਸ਼ਵਾਸ ਵਧਾਉਣ ਲਈ ਬੁਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਬਾਕੀ ਸਾਰੀਆਂ ਗੱਲਾਂ ਦੀ ਤਾਰੀਫ ਕਰਨੀ ਚਾਹੀਦੀ ਹੈ। ਉਹਨਾਂ ਲਈ ਬੱਚਿਆਂ ਨੂੰ ਹਰ ਗੱਲ 'ਤੇ ਖੁਸ਼ ਕਰਨਾ ਜ਼ਿਆਦਾ ਜ਼ਰੂਰੀ ਬਣ ਗਿਆ, ਨਾ ਕਿ ਉਹ ਕੰਮ ਕਰਕੇ ਸਿਖਾਉਂਦੇ ਜਿਨ੍ਹਾਂ ਕਰਕੇ ਉਹ ਸੱਚਮੁੱਚ ਆਪਣੇ ਬਾਰੇ ਚੰਗਾ ਮਹਿਸੂਸ ਕਰ ਸਕਦੇ ਸਨ। ਜਦੋਂ ਕਿ ਤਾਰੀਫ ਕਰਨੀ ਉਦੋਂ ਚੰਗੀ ਗੱਲ ਹੈ ਜਦੋਂ ਇਹ ਢੁਕਵੀਂ ਹੋਵੇ, ਪਰ ਬੱਚਿਆਂ ਦੀ ਖੁਸ਼ੀ ਲਈ ਉਹਨਾਂ ਦੀ ਤਾਰੀਫ ਕਰਨ ਨਾਲ ਉਹ ਆਪਣੇ ਬਾਰੇ ਗਲਤ ਨਜ਼ਰੀਆ ਅਪਣਾ ਲੈਣਗੇ। ਇਹ ਸੱਚ ਹੈ, ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ। ਇਸ ਬਿਮਾਰੀ ਤੋਂ ਸਿਰਫ ਅਲੜ ਉਮਰ ਦੇ ਬੱਚੇ ਹੀ ਪ੍ਰਭਾਵਿਤ ਨਹੀਂ, ਸਗੋਂ ਕਈ ਵੱਡੀ ਉਮਰ ਦੇ ਲੋਕ ਵੀ ਇਹਦੇ ਮਰੀਜ਼ ਹਨ। ਇਸ ਬਿਮਾਰੀ ਨਾਲ ਨੁਕਸਾਨ ਸਾਡਾ ਆਪਣਾ ਹੀ ਹੁੰਦਾ ਹੈ, ਹੋਰ ਕਿਸੇ ਦਾ ਨਹੀਂ। ਪਿੱਠ ਪਿੱਛੇ ਲੋਕ ਮਖੌਲ ਕਰਦੇ ਹਨ ਅਤੇ ਸਾਡੀ ਸ਼ਖਸੀਅਤ ਨੂੰ ਗੰਭੀਰਤਾ ਨਾਲ ਲੈਣ ਤੋਂ ਸੰਕੋਚ ਕਰਦੇ ਹਨ। ਉਹ ਇੱਥੋਂ ਤੱਕ ਕਹਿਣ ਤੱਕ ਵੀ ਜਾਂਦੇ ਹਨ ਕਿ ਇਹਦਾ ਦਿਮਾਗ ਖਰਾਬ ਹੋ ਗਿਆ ਹੈ। ਲੋੜ ਪੈਣ 'ਤੇ ਬੱਚਿਆਂ ਨੂੰ ਤਾੜਨਾ ਦੇਣੀ ਅਤੇ ਤਾਰੀਫ ਕਰਨ ਦਾ ਆਪਣਾ ਟੀਚਾ ਰੱਖੋ। ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਝੂਠੀ ਤਾਰੀਫ ਨਾ ਕਰੋ, ਉਹਨਾਂ ਨੇ ਇਸ ਨਾਲ ਖੁਸ਼ ਨਹੀਂ ਹੋਣਾ। ਆਤਮ ਵਿਸ਼ਵਾਸ ਉਸ ਵੇਲੇ ਹੀ ਤੁਹਾਡੇ ਵਿੱਚ ਆਉਂਦਾ ਹੈ ਜਦੋਂ ਤੁਸੀਂ ਆਪਣੇ ਹੁਨਰਾਂ ਨੂੰ ਨਿਖਾਰਦੇ ਹੋ ਅਤੇ ਕੁਝ ਸਿੱਖਦੇ ਹੋ। ਇਹ ਕਹਿਣ ਨਾਲ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ ਕਿ ਤੂੰ ਤਾਂ ਕਮਾਲ ਹੀ ਕਰ ਦਿੱਤੀ, ਭਾਵੇਂ ਤੁਸੀਂ ਕੁਝ ਵੀ ਨਾ ਕੀਤਾ ਹੋਵੇ। ਸਾਨੂੰ ਆਪਣੇ ਆਪ ਨੂੰ ਲੋੜੋਂ ਵੱਧ ਨਹੀਂ ਸਮਝਣਾ ਚਾਹੀਦਾ। ਕਈ ਨੌਜਵਾਨ ਜਦੋਂ ਕੰਮ 'ਤੇ ਜਾਣਾ ਸ਼ੁਰੂ ਕਰਦੇ ਹਨ ਤਾਂ ਲੱਗਦਾ ਹੈ ਕਿ ਉਹ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦੇ। ਕੁਝ ਤਾਂ ਥੋੜ੍ਹੀ ਜਿਹੀ ਨੁਕਤਾਚੀਨੀ ਸੁਣ ਕੇ ਬੜੇ ਪਰੇਸ਼ਾਨ ਹੋ ਜਾਂਦੇ ਹਨ। ਕਈ ਨਖਰੇ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਉਹੀ ਕੰਮ ਕਰਨਗੇ ਜੋ ਉਹਨਾਂ ਦੀਆਂ ਉੱਚੀਆਂ ਉਮੀਦਾਂ ਮੁਤਾਬਕ ਹੈ। ਮਿਸਾਲ ਲਈ ਡਾਕਟਰ ਜੋਸਫ ਐਲਨ ਆਪਣੀ ਕਿਤਾਬ ਐਸਕੇਪਿੰਗ ਦੀ ਐਡੋਲੈਸੈਂਸ ਵਿੱਚ ਉਸ ਨੌਜਵਾਨ ਬਾਰੇ ਦੱਸਦਾ ਹੈ ਜਿਸ ਨੇ ਉਸ ਨੂੰ ਨੌਕਰੀ ਲਈ ਇੰਟਰਵਿਊ ਵੇਲੇ ਕਿਹਾ ਸੀ, ਮੈਨੂੰ ਲੱਗਦਾ ਹੈ ਕਿ ਇਹ ਨੌਕਰੀ ਕਰਦਿਆਂ ਕੁਝ ਮਾੜੇ ਮੋਟੇ ਬੋਰਿੰਗ ਕੰਮ ਵੀ ਹੋਣਗੇ ਅਤੇ ਮੈਂ ਬੋਰ ਨਹੀਂ ਹੋਣਾ ਚਾਹੁੰਦਾ। ਡਾਕਟਰ ਐਲਨ ਲਿਖਦਾ ਹੈ, ਲੱਗਦਾ ਹੈ ਕਿ ਉਸ ਨੌਜਵਾਨ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਹਰ ਤਰ੍ਹਾਂ ਦੀ ਨੌਕਰੀ ਕਰਦਿਆਂ ਕੁਝ ਬੋਰਿੰਗ ਕੰਮ ਕਰਨੇ ਪੈਂਦੇ ਹਨ। ਇਹ ਗੱਲ ਜਾਣੇ ਬਿਨਾਂ ਉਸ ਨੇ 23 ਸਾਲ ਦੀ ਉਮਰ ਕਿਵੇਂ ਗੁਜ਼ਾਰ ਲਈ। ਇਹ ਜ਼ਰੂਰੀ ਹੈ ਕਿ ਹਰ ਇਨਸਾਨ ਖੁਦ ਆਪਣੇ ਕੰਮ ਦੀ ਜਾਂਚ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖੁਸ਼ ਹੋਵੇਗਾ। ਹਰ ਮਾਂ-ਬਾਪ ਚਾਹੁੰਦਾ ਹੈ ਅਤੇ ਕੋਸ਼ਿਸ਼ ਵੀ ਕਰਦਾ ਹੈ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਮੁਸੀਬਤ ਤੋਂ ਮਹਿਫੂਜ਼ ਰੱਖੇ, ਪਰ ਇਹਦਾ ਮਤਲਬ ਇਹ ਨਹੀਂ ਕਿ ਅਗਰ ਤੁਹਾਡਾ ਬੱਚਾ ਪੇਪਰਾਂ ਵਿੱਚੋਂ ਫੇਲ ਹੋ ਗਿਆ ਹੈ ਤਾਂ ਤੁਸੀਂ ਅਧਿਆਪਕ ਕੋਲ ਜਾ ਕੇ ਉਸ ਨੂੰ ਨੰਬਰ ਵਧਾਉਣ ਲਈ ਕਹੋ। ਅਗਰ ਤੁਹਾਡੇ ਪੁੱਤਰ ਨੇ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਅਤੇ ਜੁਰਮਾਨਾ ਹੋਣ 'ਤੇ ਤੁਸੀਂ ਉਹਦਾ ਜੁਰਮਾਨਾ ਭਰੋ। ਅਗਰ ਤੁਹਾਡੇ ਪੁੱਤਰ ਜਾਂ ਧੀ ਦੀ ਗੁਆਂਢੀ ਨਾਲ ਲੜਾਈ ਹੋ ਗਈ ਆ ਤਾਂ ਇਹਦਾ ਦੋਸ਼ ਗੁਆਂਢੀ ਸਿਰ ਮੜੋ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਬੱਚਿਆਂ ਦੀ ਰਾਖੀ ਕਰਨੀ ਕੁਦਰਤੀ ਗੱਲ ਹੈ, ਪਰ ਹੱਦੋਂ ਜ਼ਿਆਦਾ ਖਿਆਲ ਰੱਖਣ ਨਾਲ ਉਹਨਾਂ ਨੂੰ ਗਲਤ ਸਿੱਖਿਆ ਮਿਲਦੀ ਹੈ ਕਿ ਉਹਨਾਂ ਨੂੰ ਆਪਣੇ ਕੰਮਾਂ ਲਈ ਜ਼ਿੰਮੇਵਾਰ ਹੋਣ ਦੀ ਲੋੜ ਨਹੀਂ ਹੈ। ਪੋਜ਼ੀਟਿਵ ਡਿਸਿਪਲਿਨ ਫਾਰ ਟੀਨਏਜਰਸ ਕਿਤਾਬ ਕਹਿੰਦੀ ਹੈ, ਦੁੱਖਾਂ ਅਤੇ ਨਿਰਾਸ਼ਾਵਾਂ ਦਾ ਸਾਹਮਣਾ ਕਰਨਾ ਅਤੇ ਇਹਨਾਂ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਅਜਿਹੇ ਬੱਚੇ ਵੱਡੇ ਹੋ ਕੇ ਬਹੁਤ ਹੀ ਖੁਦਗਰਜ਼ ਹੋ ਜਾਂਦੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਦੁਨੀਆ ਅਤੇ ਉਹਨਾਂ ਦੇ ਮਾਪਿਆਂ ਦਾ ਫਰਜ਼ ਹੈ ਕਿ ਉਹਨਾਂ ਵਾਸਤੇ ਸਭ ਕੁਝ ਕਰਨ। ਸਾਨੂੰ ਇਹ ਗੱਲ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਕਿ ਮੁਸ਼ਕਲਾਂ ਜ਼ਿੰਦਗੀ ਦਾ ਹਿੱਸਾ ਹਨ। ਹਰ ਕਿਸੇ 'ਤੇ ਬੁਰਾ ਸਮਾਂ ਆਉਂਦਾ ਹੈ, ਚੰਗੇ ਲੋਕਾਂ 'ਤੇ ਵੀ ਇਹ ਸਮਾਂ ਆਉਂਦਾ ਹੈ। ਇਹ ਮਿਸਾਲਾਂ ਸਾਡੇ ਗੁਰੂਆਂ ਦੀਆਂ ਵੀ ਹਨ ਅਤੇ ਦੇਸ਼ ਦੀ ਆਜ਼ਾਦੀ ਲਈ ਲੜਨ ਮਿਟਣ ਵਾਲੇ ਸੂਰਮਿਆਂ ਦੀਆਂ ਵੀ ਹਨ, ਪਰ ਉਹਨਾਂ ਨੂੰ ਹਰ ਹਾਲ ਵਿੱਚ ਸੰਤੁਸ਼ਟ ਰਹਿਣਾ ਸਿੱਖਿਆ ਹੈ। ਉਹਨਾਂ ਨੇ ਇਹ ਰਾਜ ਜਾਣਿਆ ਕਿ ਤੰਗੀਆਂ ਤੁਰਸ਼ੀਆਂ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ। ਸਾਨੂੰ ਇਹ ਗੱਲ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰੇਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ। ਅਗਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਤੁਹਾਡੇ ਪੁੱਤਰ ਨੂੰ ਜੁਰਮਾਨਾ ਹੋਇਆ ਹੈ ਤਾਂ ਚੰਗੀ ਗੱਲ ਹੋਵੇਗੀ ਕਿ ਉਹ ਆਪਣੇ ਖਰਚੇ ਜਾਂ ਤਨਖਾਹ ਵਿੱਚੋਂ ਇਸ ਨੂੰ ਭਰੇ। ਜੇਕਰ ਤੁਹਾਡਾ ਬੱਚਾ ਕਿਸੇ ਪੇਪਰ ਵਿੱਚੋਂ ਫੇਲ ਹੋ ਗਿਆ ਹੈ ਤਾਂ ਸ਼ਾਇਦ ਉਸ ਨੂੰ ਹੋਸ਼ ਵਿੱਚ ਆ ਜਾਣਾ ਚਾਹੀਦਾ ਹੈ ਤਾਂ ਕਿ ਅਗਲੀ ਵਾਰ ਚੰਗੀ ਤਿਆਰੀ ਕਰੇ। ਜੇ ਤੁਹਾਡੇ ਪੁੱਤਰ ਦੀ ਗੁਆਂਢੀ ਨਾਲ ਲੜਾਈ ਹੋ ਜਾਂਦੀ ਹੈ ਤਾਂ ਉਸ ਨੂੰ ਹੌਸਲਾ ਦਿਓ, ਪਰ ਸਮਾਂ ਆਉਣ 'ਤੇ ਉਸ ਨੂੰ ਇਹਨਾਂ ਸਵਾਲਾਂ 'ਤੇ ਸੋਚ ਵਿਚਾਰ ਕਰਨ ਵਿੱਚ ਮਦਦ ਕਰੋ। ਜੋ ਕੁਝ ਹੋਇਆ ਕੀ ਉਹ ਮੇਰਾ ਕਸੂਰ ਸੀ? ਜਿਹੜੇ ਬੱਚੇ ਆਪਣੀਆਂ ਸਮੱਸਿਆਵਾਂ ਸੁਲਝਾ ਲੈਂਦੇ ਹਨ ਉਹਨਾਂ ਵਿੱਚ ਹਿੰਮਤ ਆ ਜਾਂਦੀ ਹੈ ਅਤੇ ਆਤਮ ਵਿਸ਼ਵਾਸ ਵੱਧਦਾ ਹੈ। ਜੇਕਰ ਕੋਈ ਹੋਰ ਉਹਨਾਂ ਦੀਆਂ ਸਮੱਸਿਆਵਾਂ ਸੁਲਝਾਉਂਦਾ ਹੈ ਤਾਂ ਉਹਨਾਂ ਵਿੱਚ ਇਹ ਗੁਣ ਪੈਦਾ ਨਹੀਂ ਹੋਣਗੇ। 20 ਜਾਂ ਇਸ ਤੋਂ ਜ਼ਿਆਦਾ ਉਮਰ ਦੇ ਨੌਜਵਾਨਾਂ 'ਤੇ ਕੀਤੇ ਸਰਵੇਖਣ ਵਿੱਚ 81% ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਪੀੜ੍ਹੀ ਦਾ ਮੁੱਖ ਮਕਸਦ ਅਮੀਰ ਬਣਨਾ ਹੈ, ਨਾ ਕਿ ਦੂਜਿਆਂ ਦੀ ਮਦਦ ਕਰਨੀ। ਪਰ ਧਨ ਦੌਲਤ ਪਿੱਛੇ ਲੱਗਣ ਨਾਲ ਸੰਤੁਸ਼ਟੀ ਨਹੀਂ ਮਿਲਦੀ। ਦਰਅਸਲ ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਧਨ ਦੌਲਤ ਕਮਾਉਣਾ ਹੀ ਸਭ ਕੁਝ ਹੈ ਉਹ ਇੰਨੇ ਖੁਸ਼ ਨਹੀਂ ਹੁੰਦੇ।
ਅਤੇ ਉਦਾਸੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਹੋ ਜਾਂਦੀਆਂ ਹਨ। ਇਹਨਾਂ ਪਿੱਛੇ ਕੁਝ ਕਾਰਨਾਂ ਵਿੱਚੋਂ ਇਹ ਵੀ ਹੁੰਦਾ ਹੈ ਕਿ ਬੱਚੇ ਅਜਿਹੇ ਘਰਾਂ ਵਿੱਚ ਜੰਮੇ ਪਲੇ ਹੁੰਦੇ ਹਨ ਜਿਨ੍ਹਾਂ ਲਈ ਧਨ ਦੌਲਤ ਕਮਾਉਣਾ ਹੀ ਸਭ ਕੁਝ ਹੁੰਦਾ ਹੈ। ਕਿਤਾਬ ਨਾਰਸਿਸਿਜ਼ਮ ਐਪੀਡੈਮਿਕ ਮੁਤਾਬਕ ਮਾਪੇ ਆਪਣੇ ਬੱਚਿਆਂ ਨੂੰ ਖੁਸ਼ ਰੱਖਣਾ ਚਾਹੁੰਦੇ ਹਨ ਅਤੇ ਬੱਚੇ ਚੀਜ਼ਾਂ ਮੰਗਦੇ ਹਨ, ਸੋ ਮਾਪੇ ਉਹਨਾਂ ਲਈ ਚੀਜ਼ਾਂ ਖਰੀਦ ਦਿੰਦੇ ਹਨ। ਬੱਚੇ ਖੁਸ਼ ਹੋ ਜਾਂਦੇ ਹਨ, ਪਰ ਥੋੜ੍ਹੇ ਸਮੇਂ ਲਈ ਫਿਰ ਉਹ ਹੋਰ ਚੀਜ਼ਾਂ ਮੰਗਣ ਲੱਗ ਜਾਂਦੇ ਹਨ। ਇਸ਼ਤਿਹਾਰ ਦੇਣ ਵਾਲੇ ਆਪਣੇ ਗਾਹਕਾਂ ਦੀ ਇਸ ਚਾਹਤ ਦਾ ਫਾਇਦਾ ਉਠਾਉਂਦੇ ਹਨ। ਉਹ ਇਹਨਾਂ ਵਿਚਾਰਾਂ ਨੂੰ ਹੁੱਲਾਸ਼ੇਰੀ ਦਿੰਦੇ ਹਨ ਕਿ ਜਿਵੇਂ ਕਿ ਦਿਲ ਜੋ ਚਾਹੇ ਪਾਵੋ ਅਤੇ ਤੁਸੀਂ ਇਸ ਦੇ ਹੱਕਦਾਰ ਹੋ। ਬਹੁਤ ਸਾਰੇ ਨੌਜਵਾਨ ਇਹਨਾਂ ਗੱਲਾਂ ਵਿੱਚ ਆ ਜਾਂਦੇ ਹਨ ਅਤੇ ਕਰਜ਼ੇ ਹੇਠ ਦਬ ਜਾਂਦੇ ਹਨ ਅਤੇ ਉਹਨਾਂ ਚੀਜ਼ਾਂ ਦੀ ਕੀਮਤ ਵੀ ਨਹੀਂ ਚੁਕਾ ਪਾਉਂਦੇ ਜਿਨ੍ਹਾਂ ਦੇ ਉਹ ਹੱਕਦਾਰ ਬਣੇ ਫਿਰਦੇ ਸਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਜ਼ਮਾਨੇ ਵਿੱਚ ਪੈਸੇ ਦੀ ਲੋੜ ਹੈ, ਪਰ ਦੂਜੇ ਪਾਸੇ ਇਹ ਪੈਸਾ ਹੀ ਹੈ ਜੋ ਕਈ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਕਰਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਅਸੀਂ ਆਪਣੇ ਆਪ ਨੂੰ ਕਈ ਦੁੱਖਾਂ ਵਿੱਚ ਪਾ ਲੈਂਦੇ ਹਾਂ। ਇਹ ਜ਼ਰੂਰੀ ਹੈ ਕਿ ਸਾਨੂੰ ਧਨ ਦੌਲਤ ਪਿੱਛੇ ਪਾਗਲ ਹੋਣ ਦੀ ਬਜਾਏ ਉਹਨਾਂ ਬੁਨਿਆਦੀ ਚੀਜ਼ਾਂ ਨਾਲ ਸੰਤੁਸ਼ਟ ਰਹਿਣਾ ਚਾਹੀਦਾ ਹੈ ਜੋ ਜਾਣ ਲਈ ਜ਼ਰੂਰੀ ਹਨ। ਇਹ ਵੀ ਸੱਚ ਹੈ ਕਿ ਜਿਹੜੇ ਇਨਸਾਨ ਅਮੀਰ ਬਣਨ 'ਤੇ ਤੁਲੇ ਹੋਏ ਹਨ ਉਹ ਪ੍ਰੀਖਿਆਵਾਂ ਅਤੇ ਫੰਦਿਆਂ ਵਿੱਚ ਅਤੇ ਬਹੁਤ ਸਾਰੀਆਂ ਬੇਤੁਕੀਆਂ ਅਤੇ ਨੁਕਸਾਨਦੇਹ ਆਸ਼ਾਵਾਂ ਦੇ ਵਸ ਵਿੱਚ ਪੈ ਜਾਂਦੇ ਹਨ। ਮਾਪੇ ਹੋਣ ਦੇ ਨਾਤੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੈਸੇ ਨਾਲ ਖਰੀਦੀਆਂ ਜਾ ਸਕਣ ਵਾਲੀਆਂ ਚੀਜ਼ਾਂ ਬਾਰੇ ਤੁਹਾਡਾ ਕੀ ਰਵੱਈਆ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਤਰਜੀਹ ਦਿਓਗੇ ਅਤੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹੋ। ਕਿਤਾਬ ਨਾਰਸਿਸਿਜ਼ਮ ਐਪੀਡੈਮਿਕ ਮੁਤਾਬਕ ਮਾਪੇ ਅਤੇ ਬੱਚੇ ਅਜਿਹੇ ਮਾਮਲਿਆਂ ਬਾਰੇ ਗੱਲਬਾਤ ਕਰ ਸਕਦੇ ਹਨ, ਜਿਵੇਂ ਸੇਲ 'ਤੇ ਲੱਗੀ ਕੋਈ ਚੀਜ਼ ਕਦੋਂ ਖਰੀਦਣੀ ਹੈ ਅਤੇ ਕਦੋਂ ਖਰੀਦਣੀ ਚੰਗੀ ਨਹੀਂ ਹੈ। ਵਿਆਜ ਕੀ ਹੁੰਦਾ ਹੈ, ਕਿਸੇ ਦੇ ਕਹਿਣ 'ਤੇ ਤੁਸੀਂ ਕਦੋਂ ਕੋਈ ਚੀਜ਼ ਖਰੀਦੀ ਸੀ। ਚੀਜ਼ਾਂ ਨੂੰ ਨਸ਼ੇ ਵਾਂਗ ਨਾ ਵਰਤੋ ਤਾਂ ਕਿ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਭੁਲਾਇਆ ਜਾ ਸਕੇ। ਕਿਤਾਬ ਦਾ ਪ੍ਰਾਈਸ ਆਫ ਪ੍ਰਿਵਿਲੇਜ ਮੁਤਾਬਕ ਸਮੱਸਿਆਵਾਂ ਆਉਣ 'ਤੇ ਚੀਜ਼ਾਂ ਖਰੀਦਣ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ। ਸਮੱਸਿਆਵਾਂ ਨੂੰ ਸੋਚ ਸਮਝ ਕੇ ਹਮਦਰਦੀ ਨਾਲ ਨਿਪਟਾਇਆ ਜਾਂਦਾ ਹੈ, ਨਾ ਕਿ ਨਵੀਂ ਜੁੱਤੀ ਅਤੇ ਪਰਸ ਖਰੀਦ ਕੇ। ਇਹ ਤਾਂ ਸੀ ਮੇਰਾ ਇਹ ਛੋਟਾ ਜਿਹਾ ਲੇਖ ਖੁਦਗਰਜ਼ੀ ਬਾਰੇ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਹੁਣ ਮੈਂ ਤੁਹਾਡਾ ਟੈਲੀਫੋਨ ਜਿਹੜਾ ਹੈਗਾ ਉਹਦੀ ਮੈਂ ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ ਤੁਹਾਡਾ ਵੈਲਕਮ ਹੈ। ਕੀ ਕਹਿਣਾ ਚਾਹੋਗੇ ਅੱਜ ਖੁਦਗਰਜ਼ੀ ਬਾਰੇ? ਇਹ ਜਿਹੜੀ ਖੁਦਗਰਜ਼ੀ ਹੈਗੀ ਆ, ਹਾਂਜੀ, ਕਿਉਂਕਿ ਸਮਾਜ ਦੇ ਵਿੱਚ ਜਿਹੜਾ ਪੂੰਜੀਵਾਦ ਆ, ਹਾਂਜੀ ਹਾਂਜੀ, ਇਹਦਾ ਬਹੁਤ ਪ੍ਰਭਾਵ ਆ। ਕਿਉਂਕਿ ਹੁਣ ਆਪਾਂ ਇੱਥੇ ਯੂਕੇ ਦੇ ਵਿੱਚ ਰਹਿੰਦੇ ਆ। ਹਾਂਜੀ ਹਾਂਜੀ, ਤੁਸੀਂ ਦੇਖੋਗੇ ਇੱਥੇ ਜਿਹੜੀ ਪਾਰਲੀਆਮੈਂਟਰੀ ਡੈਮੋਕ੍ਰੇਸੀ ਆ, ਇੱਥੇ ਜੇ ਝਾਤ ਮਾਰੀਏ 1265 ਦੇ ਵਿੱਚ ਇੱਥੇ ਜਿਹੜਾ ਹਾਊਸ ਆਫ ਕਾਮਨਸ ਦਾ ਗਠਨ ਹੋ ਗਿਆ ਸੀ। ਹਾਂਜੀ ਹਾਂਜੀ ਹਾਂਜੀ, ਪਰ ਉਹ ਸਮਾਜ ਦੇ ਵਿੱਚ ਜਿਹੜੇ ਵਰਗ ਆ ਨਾ, ਕਿਉਂਕਿ ਉਹ ਜਿਹੜਾ ਅਧਿਕਾਰ ਆ ਸਿਰਫ ਇੱਥੇ ਦੀ ਜਿਹੜੀ ਅੱਪਰ ਕਲਾਸ ਆ ਉਹਨੂੰ ਮਿਲਿਆ ਸੀ। ਬਿਲਕੁਲ ਬਿਲਕੁਲ, ਜਾਣੀ ਉਹਨੇ ਹੀ ਪ੍ਰਭਾਵ ਕਰਨਾ ਸੀ। ਉਹ ਇੰਨੇ ਖੁਦਗਰਜ਼ ਬਣ ਗਏ ਵੀ ਸਾਨੂੰ ਅਧਿਕਾਰ ਮਿਲ ਗਿਆ ਵੀ ਹੁਣ ਅਸੀਂ ਰਾਜ ਕਰੀਏ ਇੱਦਾਂ ਹੀ। ਹਾਂਜੀ, ਪਰ ਤੁਸੀਂ ਦੇਖ ਲਓ ਵੀ 700 ਸਾਲ ਤੱਕ ਉਹੀ ਰਾਜ ਕਰਦੇ ਰਹੇ ਇੱਦਾਂ ਹੀ। ਹਾਂਜੀ ਬਿਲਕੁਲ। ਫਿਰ ਮਿਡਲ ਕਲਾਸ ਦੇ ਵਿੱਚ ਅੰਦੋਲਨ ਚੱਲੇ ਔਰ ਬਾਅਦ ਦੇ ਵਿੱਚ ਵਰਕਿੰਗ ਕਲਾਸ ਚੱਲੇ। ਹਾਂਜੀ ਹਾਂਜੀ ਹਾਂਜੀ, ਔਰ ਤੁਸੀਂ ਦੇਖੋ ਵੀ ਇਹ ਜਿਹੜੇ ਤਿੰਨੇ ਵਰਗ ਇਹ ਮਰਦਾਂ ਦੇ ਸੀ। ਬਿਲਕੁਲ ਬਿਲਕੁਲ ਬਿਲਕੁਲ। ਔਰ ਜਿਹੜੀ ਅੱਧੀਆਂ ਵੋਟਾਂ ਤਾਂ ਔਰਤਾਂ ਦੀਆਂ। ਹਾਂਜੀ ਹਾਂਜੀ, ਉਹ ਨਹੀਂ ਬਿਲਕੁਲ ਇਹ ਖੁਦਗਰਜ਼ ਬਣ ਗਏ ਵੀ ਸਾਨੂੰ ਵੋਟ ਮਿਲ ਗਏ ਵੀ ਔਰਤ ਨੂੰ ਬਿਲਕੁਲ ਨਹੀਂ ਚਾਹੀਦੀ। ਔਰ ਉਹ ਨਹੀਂ ਬਿਲਕੁਲ, ਜਦ ਵੀ ਉਹ ਗੱਲ ਕਰਦੀਆਂ ਤਾਂ ਕਹਿਣਾ ਚੁੱਪ ਕਰਕੇ ਬੈਠੀਆਂ ਰਹੋ, ਇਹਦੇ ਘਰ 'ਚ ਕੰਮ ਕਰੋ, ਸਫਾਈ ਕਰੋ, ਆਹ ਕਰੋ। ਪਰ ਫਿਰ ਔਰਤਾਂ ਨੇ ਵੀ ਅੰਦੋਲਨ ਕੀਤਾ। ਹਾਂਜੀ ਹਾਂਜੀ, ਜਿਹੜੀ ਐਮਿਲੀਨ ਪਿੰਕਹਰਸਟ ਸੀ ਇੱਥੇ ਦੀ, ਬਿਲਕੁਲ, ਯਾਨੀ ਉਹ ਮਾਨਚੈਸਟਰ ਬੋਰਨ ਹੋਈ ਸੀ। ਉਹਨੇ ਕਿਹਾ ਵੀ ਜੇ ਮਰਦ ਨਹੀਂ ਸੁਣਦੇ ਤਾਂ ਆਪਾਂ ਤਾਂ ਇਕੱਠੀਆਂ ਹੋਈਏ। ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ ਵੀ ਉਹਨੇ ਜੇਲ੍ਹਾਂ ਕੱਟੀਆਂ, ਭੁੱਖ ਹੜਤਾਲ ਕੀਤੀ। ਹਾਂਜੀ ਹਾਂਜੀ ਹਾਂਜੀ। ਔਰ ਤੁਸੀਂ ਦੇਖੋ ਵੀ ਮਾਨਚੈਸਟਰ ਦਾ ਹੀ ਇੱਕ ਪ੍ਰਾਈਮ ਮਿਨਿਸਟਰ ਸੀ ਹਰਬਰਟ ਐਸਕੁਇਥ, ਉਹ ਸਟੇਜਾਂ ਤੇ ਕਹਿੰਦਾ ਸੀ ਵੀ ਚੁੱਪ ਕਰ ਜਾਓ, ਤੁਹਾਨੂੰ ਵੋਟ ਦਾ ਅਧਿਕਾਰ ਨਹੀਂ ਦੇਣਾ, ਇਹ ਮਰਦਾਂ ਦਾ ਹੀ ਹੱਕ ਹੈ। ਬਿਲਕੁਲ ਬਿਲਕੁਲ। ਪਰ ਉਹਨੂੰ ਚੁਣੌਤੀ ਦਿੱਤੀ ਸੀ ਵੀ ਮੈਂ ਜ਼ਰੂਰ ਇਹ ਹੱਕ ਲੈ ਕੇ ਦੇਵਾਂਗੀ। ਹਾਂਜੀ, ਤੁਸੀਂ ਦੇਖੋ ਵੀ ਉਹਨੇ ਇੰਨੇ ਅੰਦੋਲਨ ਕੀਤੇ। ਜਦ ਫਸਟ ਵਰਲਡ ਵਾਰ ਖਤਮ ਹੋਈ ਤਾਂ ਇੱਥੇ ਦੀ ਇਹ ਮਰਦਾਂ ਦੀ ਪਾਰਲੀਮੈਂਟ ਨੂੰ ਝੁਕਣਾ ਪਿਆ। ਇਹਦੇ ਸੀ। ਹਾਂਜੀ, ਔਰ ਉਹਨੇ ਜਾਣੀ ਉਹ ਦੇਖੋ ਵੀ ਉਹ ਨਵੰਬਰ 'ਚ ਖਤਮ ਹੋਈ ਸੀ 1918 'ਚ। ਇੱਕ ਮਹੀਨੇ ਦੇ ਵਿੱਚ ਉਹ ਥੋੜਾ ਜਿਹਾ ਝੁਕੇ ਔਰ ਉਹਨੇ ਕਿਹਾ ਵੀ ਅਸੀਂ ਵੋਟਾਂ ਉਹਨਾਂ ਦੀਆਂ ਔਰਤਾਂ ਦੀਆਂ ਦੇ ਰਹੀਆਂ। ਦੇਖੋ ਮਰਦਾਂ ਦੀ ਜਿਹੜੀ ਉਮਰ ਸੀਗੀ ਉਹ 21 ਸਾਲ ਦੀ ਸੀ। ਹਾਂਜੀ ਹਾਂਜੀ, ਔਰਤਾਂ ਨੂੰ ਕਿਹਾ ਵੀ 30 ਸਾਲ ਦੀਆਂ ਜਿਹੜੀਆਂ ਉਹਨਾਂ ਦੀਆਂ ਵੋਟਾਂ ਪਾਉਣੀਆਂ ਔਰ ਤੁਸੀਂ ਲੋਕ ਸਭਾ ਲਈ ਵੀ ਖੜ ਸਕਦੀਆਂ।
ਉਹਨੇ ਕਿਹਾ ਵੀ ਚਲੋ ਇੰਨਾ ਕੁ ਤਾਂ ਹੱਕ ਮਿਲ ਗਿਆ। ਹਾਂਜੀ ਉਹ ਤੁਸੀਂ ਦੇਖੋ ਵੀ ਉਹ ਜਿਹੜਾ ਉਹ 1918 ਚ ਹਾਊਸ ਆਫ ਕਾਮਨਸ ਬਣਿਆ ਸੀ, ਉਦੋਂ ਜਾਨੀ ਕੁਝ ਲੋਕਾਂ ਉਹ ਵੋਟਾਂ ਤੇ ਖੜੇ ਆ। ਬਿਲਕੁਲ ਬਿਲਕੁਲ ਬਿਲਕੁਲ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਉਹਨੇ ਜਦੋਜਹਿਦ ਕੀਤੀ ਤਾਂ ਪਲਿਮਥ ਦੀ ਇੱਕ ਸੀਟ ਖਾਲੀ ਹੋਈ 1919 ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਉਹ ਜਿਹੜੀ ਪਹਿਲੀ ਔਰਤ ਇੱਥੇ ਹਾਊਸ ਆਫ ਕਾਮਨਸ ਦੀ ਮੈਂਬਰ ਬਣੀ, ਉਹ ਅੱਜ ਦੇ ਦਿਨ ਬਣੀ ਸੀ। ਹਾਂਜੀ ਅੱਛਾ ਜੀ। ਹਾਂਜੀ ਉਹ ਅੱਜ ਦੇ ਦਿਨ ਸੀ ਨਾਂਸੀ ਆਸਟਰ। 1919 ਦੇ ਵਿੱਚ ਪਲਿਮਥ ਤੋਂ ਪਹਿਲੀ ਇੱਥੇ ਦੀ ਹਾਊਸ ਆਫ ਕਾਮਨਸ ਦੀ ਮੈਂਬਰ ਬਣੀ ਸੀ। ਔਰ ਇਹ ਜਾਨੀ ਇੱਕ ਸਟਰਗਲ ਆ। ਬਿਲਕੁਲ ਬਿਲਕੁਲ ਸਟਰਗਲ ਹੈ ਜੀ, ਬਿਲਕੁਲ ਸਟਰਗਲ ਹੈ। ਕਿਉਂਕਿ ਦੇਖੋ ਜੇ ਤੁਸੀਂ ਜਦੋਜਹਿਦ ਕਰਦੇ ਆ, ਜੇ ਤੁਹਾਨੂੰ ਆਪਣੀ ਵੋਟ ਮਿਲ ਗਈ ਤਾਂ ਦੂਸਰੇ ਨੂੰ ਕਿਉਂ ਨਹੀਂ ਮਿਲ ਲੈਣ? ਇਦਾਂ ਬਿਲਕੁਲ ਬਿਲਕੁਲ। ਔਰ ਇਸ ਕਰਕੇ ਜਿਹੜੀ ਖੁਦਗਰਜ਼ੀ ਹੈ ਬਿਲਕੁਲ ਨਹੀਂ ਚਾਹੀਦੀ, ਕਿਉਂਕਿ ਨਾ ਤਾਂ ਕੋਈ ਵਰਗ ਭੇਦ ਚਾਹੀਦਾ, ਹਾਂਜੀ ਹਾਂਜੀ, ਨਾ ਜਾਤ ਦਾ ਭੇਦ ਚਾਹੀਦਾ, ਕਿਸੇ ਤਰ੍ਹਾਂ ਨਹੀਂ ਚਾਹੀਦਾ। ਠੀਕ ਹੈ ਜੀ। ਜੇ ਤੁਸੀਂ ਜਦੋਜਹਿਦ ਕਰਕੇ ਕੁਝ ਹਾਸਲ ਕਰ ਲਿਆ ਤਾਂ ਦੂਸਰਿਆਂ ਦੇ ਰੋੜੇ ਨਾ ਟਕਾਓ। ਐਬਸੋਲੂਟਲੀ ਐਬਸੋਲੂਟਲੀ। ਪਰ ਦੁੱਖ ਦੀ ਗੱਲ ਹੈ ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਚੰਗਾ ਹੋ ਗਿਆ, ਦੂਸਰਾ ਨਾ ਹੋਵੇ। ਹਾਂਜੀ ਹਾਂਜੀ ਹਾਂਜੀ। ਬਹੁਤ ਵਧੀਆ ਜਿਹੜਾ ਅੱਜ ਦਾ ਤੁਹਾਡਾ ਵਿਸ਼ਾ ਸੀ। ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਚੌਹਾਨ ਸਾਹਿਬ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਨਹੀਂ, ਬਹੁਤ ਹੀ ਪਿਆਰੀਆਂ ਗੱਲਾਂ ਕਰਕੇ ਗਏ ਹੈਗੇ ਆ। ਹਿਸਟੋਰੀਕਲ ਕੰਟੈਕਸਟ ਦੇ ਵਿੱਚ ਇਹਨਾਂ ਨੇ ਦੱਸਿਆ ਲੈ ਵੀ ਇੱਥੇ ਵੋਟ ਦਾ ਹੱਕ ਹੋਰ ਤੁਹਾਨੂੰ ਕਿੱਦਾਂ ਮਿਲਿਆ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰਕੇ ਜਿਹੜਾ ਹੈਗਾ ਸੰਵਾਦ ਰਚਾ ਸਕਦੇ ਹਾਂ, ਕਿਉਂਕਿ ਇਸ ਪ੍ਰੋਗਰਾਮ ਦਾ ਮਕਸਦ ਹੀ ਇਹ ਹੈਗਾ ਵੀ ਤਾਂ ਅੱਗੇ ਤੁਹਾਡੇ ਨਾਲ ਮੈਂ ਸੰਵਾਦ ਰਚਾ ਸਕਾਂ ਅਤੇ ਅਸੀਂ ਕਿਸੇ ਨਤੀਜੇ 'ਤੇ ਪਹੁੰਚ ਸਕੀਏ, ਕਿਸੇ ਸੱਚ 'ਤੇ ਪਹੁੰਚ ਸਕੀਏ। ਅਤੇ ਜਿਸ ਤਰ੍ਹਾਂ ਮੈਂ ਅਕਸਰ ਗੱਲ ਕਰਦਾ ਕਿ ਕੋਈ ਵੀ ਅੰਤਮ ਸੱਚ ਨਹੀਂ ਹੁੰਦਾ ਹੈਗਾ, ਪਰ ਅਸੀਂ ਉਸ ਅੰਤਮ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਖੁਦਗਰਜ਼ੀ ਕਈ ਵਾਰੀ ਜਿਹੜਾ ਹੈਗਾ ਉਹ ਲੱਗਦਾ ਵੀ ਹੈ ਵੀ ਹਾਂ ਜਿਹੜਾ ਮੇਰੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਜੇ ਮੈਂ ਜੀਂਦਾ ਹੈਗਾ ਤਾਂ ਫਿਰ ਹੀ ਮੈਂ ਕਿਸੇ ਹੋਰ ਦਾ ਭਲਾ ਕਰ ਸਕਦਾ। ਸੋ ਵੱਖਰੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਨਮਸਕਾਰ ਡਾਕਟਰ ਸਾਹਿਬ, ਜੈ ਭੀਮ ਜੈ ਭਾਰਤ ਜੀ। ਹਾਂਜੀ, ਕੀ ਹਾਲ ਹੈ ਮਾਨ ਸਾਹਿਬ, ਕੀ ਕਹਿਣਾ ਚਾਹੋਗੇ ਖੁਦਗਰਜ਼ੀ ਬਾਰੇ? ਹਾਂਜੀ ਮੈਂ ਠੀਕ ਹਾਂ। ਮੁੱਦਾ ਤਾਂ ਬਹੁਤ ਵਧੀਆ ਜੀ ਖੁਦਗਰਜ਼ੀ ਦਾ। ਹਾਂਜੀ, ਲੇਕਿਨ ਖੁਦਗਰਜ਼ੀ ਇੱਕ ਤਰ੍ਹਾਂ ਦੀ ਨਹੀਂ ਹੈ। ਖੁਦਗਰਜ਼ੀ ਸਮਾਜਿਕ ਖੁਦਗਰਜ਼ੀ ਬਹੁਤ ਹੈ ਅੱਜ ਕੱਲ੍ਹ। ਹਾਂਜੀ, ਧਾਰਮਿਕ ਖੁਦਗਰਜ਼ੀ ਜੀ, ਪੋਲੀਟੀਕਲ ਖੁਦਗਰਜ਼ੀ। ਦੇਖੋ ਪੋਲੀਟੀਕਲ ਜਿਹੜੇ ਇਸ ਵੇਲੇ ਜਿਹਦੇ ਹੱਥ ਪਾਵਰ ਆ ਜਾਂਦੀ, ਉਹ ਕਹਿੰਦਾ ਸਾਡੀ ਪਾਵਰ ਰਵੇ। ਹਾਂਜੀ ਹਾਂਜੀ। ਦੂਸਰੇ ਗਰੀਬ ਆਦਮੀ ਦਾ ਸੋਚਦਾ ਹੀ ਕੋਈ ਨਹੀਂ। ਹਾਂਜੀ ਹਾਂਜੀ। ਜਿਹੜਾ ਅਮੀਰ ਤਬਕਾ ਉਹ ਕਹਿੰਦਾ ਮੈਂ ਹੀ ਅਮੀਰ ਹੋਈ ਜਾਵਾਂ, ਗਰੀਬ ਨੂੰ ਤਾਂ ਕੋਈ ਪੈਸਾ ਵੀ ਨਹੀਂ ਦੇਵਾਂ। ਕਿੱਡੀ ਬੜੀ ਇਸ ਵੇਲੇ ਅੱਜ ਵੀ ਜਿਹੜਾ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਖੁਦਗਰਜ਼ੀ ਉੱਥੇ ਤੱਕ ਵਰਤੇ ਜਿੱਥੇ ਤੱਕ ਲਿਮਟਿਡ ਹੋਵੇ। ਹਾਂਜੀ ਹਾਂਜੀ ਹਾਂਜੀ। ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਖੁਦਗਰਜ਼ੀ ਜ਼ਰੂਰ ਵਰਤਣੀ ਚਾਹੀਦੀ ਹੈ। ਔਰ ਬੱਚਿਆਂ ਨੂੰ ਵੀ ਚਾਹੀਦਾ ਕਿ ਆਪਣੇ ਅੱਗੇ ਵਧਣ ਲਈ ਉਹਨਾਂ ਨੂੰ ਖੁਦਗਰਜ਼ੀ ਪੜ੍ਹਨ ਵਿੱਚ ਜ਼ਿਆਦਾ ਰੁਚੀ ਦੇਣੀ ਚਾਹੀਦੀ ਹੈ। ਤੇ ਗਰੀਬ ਆਦਮੀ ਦਾ ਹੱਕ ਮਾਰਨ ਦੇ ਵਿੱਚ ਇਹ ਖੁਦਗਰਜ਼ੀ ਨਹੀਂ, ਇਹ ਚੰਗੀ ਨਹੀਂ ਹੈਗੀ ਹੁੰਦੀ। ਮਾਨ ਸਾਹਿਬ, ਕਈ ਤਾਂ ਜਿਹੜੇ ਇੱਥੇ ਵੀ ਕੇਸਿਸ ਤੁਹਾਡੀ ਨਿਗਾਹ ਵਿੱਚ ਵੀ ਆਏ ਹੈਗੇ, ਮੇਰੀ ਵਿੱਚ ਵੀ ਆਏ, ਆਪਣੇ ਹੋਰ ਦਰਸ਼ਕਾਂ ਦੀ ਨਿਗਾਹ ਵਿੱਚ ਵੀ ਆਏ ਹੈਗੇ ਆ ਜੀ। ਈਵਨ ਬੱਚਿਆਂ ਨੇ ਮਾਪਿਆਂ ਨੂੰ ਘਰੋਂ ਬਾਹਰ ਕੱਢਤਾ, ਲੈ ਵੀ ਉਹ ਵੀ ਬਹੁਤ ਵੱਡੀ ਖੁਦਗਰਜ਼ੀ ਹੈ। ਖੁਦਗਰਜ਼ੀ ਆ, ਕਿਉਂਕਿ ਉਹ ਬੱਚੇ ਨੇ, ਉਹ ਮਾਵਾਂ ਨੇ ਆਪਣਾ ਆਪ ਗਵਾ ਕੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਆਪ ਗਿੱਲੇ ਥਾਂ ਪੈਣਾ ਤੇ ਸਾਰਾ ਕੁਝ ਕੀਤਾ ਔਰ ਸਾਰਾ ਪਰਿਵਾਰ ਪਾਲ ਦਿੱਤਾ। ਲੇਕਿਨ ਉਹ ਸਾਰਾ ਪਰਿਵਾਰ 4 ਬੱਚੇ ਆ, ਉਹਦੇ ਇੱਕ ਮਾਂ ਨੂੰ ਨਹੀਂ ਪਾਲ ਸਕਦੇ। ਨਾਲੇ ਇਹ ਤੋਂ ਬਿਨਾਂ ਚੌਹਾਨ ਸਾਹਿਬ, ਤੁਹਾਨੂੰ ਪਤਾ ਹੈ ਲੈ ਵੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੇ ਕਰਕੇ ਭੈਣ ਭਰਾਵਾਂ ਵਿੱਚ ਬੜਾ ਦਫਾੜ ਪਿਆ, ਖੁਦਗਰਜ਼ੀ ਕਰਕੇ ਲੈ ਵੀ ਉਹਦਾ ਹੱਕ ਮਾਰ ਲੈਣਾ। ਹਾਂਜੀ ਹਾਂਜੀ, ਉਹੀ ਤਾਂ ਗੱਲ ਹੈ। ਜਾਇਦਾਦ ਪਿੱਛੇ ਖੂਨ ਕਰ ਦੇਣਾ, ਭਰਾ ਦੇ ਪਿੱਛੇ ਭਰਾ ਨੂੰ ਜਾਇਦਾਦ ਵਿੱਚ ਮਾਰ ਦੇਣਾ, ਇਹ ਸਾਰੀ ਖੁਦਗਰਜ਼ੀ ਹੈ। ਇਨਸਾਨ ਦੇ ਵਿੱਚ ਖੁਦਗਰਜ਼ੀ ਜਿਹੜੀ ਆ ਚੰਗੇ ਕੰਮਾਂ ਲਈ ਵਰਤਣੀ ਚਾਹੀਦੀ ਹੈ। ਹੁਣ ਇਸ ਵੇਲੇ ਭਾਰਤ ਦੇ ਵਿੱਚ ਜਿਹੜੀ ਬੀਜੇਪੀ ਹੈ, ਖੁਦਗਰਜ਼ੀ ਪੋਲੀਟੀਕਲ ਪਾਰਟੀ ਬਣੀ ਹੋਈ ਹੈ। ਇਹ ਕਿਸੇ ਗਰੀਬ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਹੋਰ ਕੋਈ ਨਹੀਂ ਸੋਚਦੀ। ਉਹਨਾਂ ਨੂੰ ਸਿਰਫ ਆਪਣੀ ਪਾਵਰ ਦੇ ਨਾਲ ਹੀ ਹੈਗਾ ਆ। ਇਸ ਕਰਕੇ ਅਮੀਰ ਜਿਹੜਾ ਤਬਕਾ ਆ, ਉਹਨੂੰ ਉਹ ਸਾਰਾ ਖੁਦਗਰਜ਼ੀ ਦੇ ਵਿੱਚ ਅਮੀਰ ਬਣਦਾ, ਲੇਕਿਨ ਆਦਮੀ ਜਿਹੜੀ ਗਰੀਬੀ ਹੈ ਨਾ, ਉਹਦਾ ਕੋਈ ਖਿਆਲ ਨਹੀਂ ਰੱਖਦਾ। ਇਸ ਕਰਕੇ ਹਰ ਇੱਕ ਇਨਸਾਨ ਨੂੰ ਖੁਦਗਰਜ਼ੀ ਉੱਥੇ ਤੱਕ ਵਰਤਣੀ ਚਾਹੀਦੀ ਹੈ ਜਿਹਦੇ ਵਿੱਚ ਸਾਰਿਆਂ ਦਾ ਭਲਾ ਹੋਵੇ। ਤੇ ਫਿਰ ਬੱਚਿਆਂ ਨੂੰ ਆਪਾਂ ਨੂੰ ਕੀ ਸਿਖਾਉਣਾ ਚਾਹੀਦਾ ਹੈ? ਦੇਖੋ ਜੀ, ਬੱਚਿਆਂ ਨੂੰ ਤਾਂ ਇਹ ਸਿਖਾਉਣਾ ਚਾਹੀਦਾ ਕਿ ਦੇਖੋ, ਅਗਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਕੋਈ ਬੱਚਾ ਆਪਣੇ ਬੱਚੇ ਨੂੰ ਕਹਿਣ ਲੱਗਾ ਏਦਾਂ ਕਰ ਵੀ ਬਾਹਰੋਂ 2 ਟੋਕਰੇ ਲੈ ਕੇ ਆ। ਹਾਂਜੀ। ਉਹ ਕਹਿਣ ਲੱਗਾ ਵੀ ਉਹ ਕੀ ਕਰਨੇ ਆ? ਕਹਿੰਦਾ ਅੱਜ ਸਾਡੇ ਜਿਹੜੇ ਹੈ ਮਾਤਾ ਪਿਤਾ ਇਹ ਬੁੜੇ ਹੋ ਗਏ, ਇਹਨਾਂ ਨੂੰ ਬਾਹਰ ਪਾ ਕੇ ਜੰਗਲ 'ਚ ਛੱਡਿਆ ਨਾ। ਅੱਛਾ ਜੀ। ਅੱਛਾ, ਉਹ ਗਿਆ ਤੇ ਉਹਨੂੰ 2 ਟੋਕਰੇ ਉਹ 4 ਲੈ ਆਇਆ। ਹਾਂਜੀ। ਉਹਨੇ ਕਿਹਾ ਵੀ ਮੈਂ ਤਾਂ ਤੈਨੂੰ 2 ਲੈ ਕੇ ਆਇਆ ਸੀ। ਉਹ ਕਹਿੰਦਾ ਵੀ ਮੈਂ 4 ਇਸ ਕਰਕੇ ਲਿਆਇਆ ਵੀ ਜਦੋਂ ਤੁਸੀਂ ਬੁੜੇ ਹੋਣਾ ਤੁਹਾਨੂੰ ਵੀ ਛੱਡਣ ਜਾਣਾ। ਇਹਦਾ ਮਤਲਬ ਯਾਨੀ ਕਿ ਰੋਲ ਮਾਡਲ ਬਣਨਾ ਬਹੁਤ ਜ਼ਰੂਰੀ ਹੈ। ਹਾਂਜੀ, ਇਸ ਕਰਕੇ ਬੱਚਿਆਂ ਨੂੰ ਉਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਮਤਲਬ ਹਰ ਇੱਕ ਦਾ ਸਤਿਕਾਰ ਕਰੋ, ਵੱਡਿਆਂ ਦਾ ਸਤਿਕਾਰ ਕਰੋ। ਖੁਦਗਰਜ਼ੀ
ਉਸ ਆਪਣੇ ਫਾਇਦੇ ਲਈ ਨਾ ਵਰਤੋ, ਦੂਸਰੇ ਦੇ ਫਾਇਦੇ ਲਈ ਵੀ ਖੁਦਗਰਜ਼ੀ ਕਰੋ। ਥੈਂਕ ਯੂ ਮਾਨ ਸਾਹਿਬ। ਥੈਂਕ ਯੂ ਮਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪ੍ਰੇਮ ਮਾਨ ਹੁਣੀ ਲੰਡਨ ਤੋਂ, ਮੇਰੇ ਰੈਗੂਲਰ ਕਾਲਰ ਹੈਗੇ ਆ। ਜਿਸ ਤਰ੍ਹਾਂ ਚੌਹਾਨ ਸਾਹਿਬ ਹੈਗੇ ਆ, ਬੜੀਆਂ ਪਿਆਰੀਆਂ ਗੱਲਾਂ ਕਰਕੇ ਗਏ ਆ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਸਾਡੇ ਨਾਲ ਸੰਵਾਦ ਰਚਾ ਸਕਦੇ ਆ, ਆਪਣੀ ਕੰਟਰੀਬਿਊਸ਼ਨ ਸਾਨੂੰ ਜਿਹੜੀ ਹੈਗੀ ਆ ਉਹ ਪਾ ਸਕਦੇ ਇਸ ਮਸਲੇ ਬਾਰੇ, ਤਾਂ ਕਿ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇ। ਪਰ ਕਈ ਵਾਰੀ ਲੱਗਦਾ ਖੁਦਗਰਜ਼ੀ ਯਾਨੀ ਕਿ ਜ਼ਰੂਰੀ ਵੀ ਹੈ, ਨਹੀਂ ਤਾਂ ਤੁਸੀਂ ਸਰਵਾਈਵ ਨਹੀਂ ਹੋ ਸਕਦੇ। ਮੈਂ ਸਮਝਦਾ ਤੁਹਾਡੀ ਆਪਣੀ ਸਰਵਾਈਵ ਲਈ ਬੜੀ ਜ਼ਰੂਰੀ ਹੈ। ਜਦੋਂ ਅਸੀਂ ਜਾਨਵਰਾਂ ਵਿੱਚ ਦੇਖਦੇ ਹਾਂ, ਪੰਛੀਆਂ ਵਿੱਚ ਦੇਖਦੇ ਹੈਗੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਰਾਜ ਬੰਗਲ ਬੋਲ ਰਿਹਾ। ਹਾਂਜੀ ਰਾਜ ਜੀ, ਕੀ ਕਹਿਣਾ ਚਾਹੋਗੇ? ਬਸ ਹਾਂਜੀ, ਸਾਡਾ ਟੌਪਿਕ ਤੁਸੀਂ ਐਨ ਰਾਈਟ ਟਾਈਮ ਤੇ ਪਿਕ ਕੀਤਾ। ਰਾਈਟ ਟਾਈਮ ਤੇ ਪਿਕ ਕੀਤਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਆ ਕਿ ਅੱਜ ਦੇ ਦਿਨ 1955 ਇੱਕ ਰੋਜ਼ਾ ਪਾਰਕਸ ਨੇ ਰਿਫਿਊਜ਼ ਕੀਤਾ ਸੀਗਾ ਕਿ ਉਹ ਜਦੋਂ ਨਾ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਬੱਸ ਤੇ ਚੜ੍ਹਦੇ ਸੀ, ਜਿਹੜੇ ਨਾ ਬਲੈਕ ਸੀਗੇ, ਕਾਲੇ ਸੀਗੇ, ਹੈ ਨਾ, ਰਾਈਟ, ਉਹਨਾਂ ਨੂੰ ਵਿੱਚ ਪਿਛਲੀਆਂ ਸੀਟਾਂ ਤੇ ਬੈਠਣਾ ਪੈਂਦਾ ਸੀਗਾ, ਤਾਂ ਰਾਈਟ, ਤਾਂ ਜਿਹੜੇ ਮੋਰਲੀ ਸੀਟ ਤੇ ਜਿਹੜੇ ਗੋਰੇ ਸੀ ਉਹਨਾਂ ਨੂੰ ਉਹ ਬੈਠ ਸਕਦੇ ਸੀ। ਪਰ ਜਦੋਂ ਬੱਸ ਭਰ ਜਾਂਦੀ ਸੀ ਨਾ, ਜਿਹੜੇ ਕਾਲਿਆਂ ਨੂੰ ਉੱਠ ਕੇ ਖੜੇ ਹੋਣਾ ਪੈਂਦਾ ਸੀ, ਤਾਂ ਉੱਥੇ ਚਿੱਟੇ ਨੂੰ ਬਿਠਾਉਣਾ ਪੈਂਦਾ ਸੀ, ਗੋਰੇ ਨੂੰ ਬਿਠਾਉਣਾ ਪੈਂਦਾ ਸੀ, ਰਾਈਟ। ਐਂਡ ਰੋਜ਼ਾ ਪਾਰਕਸ ਨੇ ਰਿਫਿਊਜ਼ ਕੀਤਾ ਸੀਗਾ ਕਿ ਮੈਂ ਨਹੀਂ ਉੱਠਣਾ। ਅੱਜ ਦੇ ਦਿਨ 1955 ਐਂਡ ਉਸ ਪ੍ਰੋਟੈਸਟ ਨੇ, ਰਾਈਟ, ਇਸ ਗੱਲ ਨੇ ਮਾਰਟਿਨ ਲੂਥਰ ਕਿੰਗ ਨੂੰ ਜਨਰੇਟ ਕੀਤਾ ਸੀ। ਇੱਥੋਂ ਉਹਦੀ ਸ਼ੁਰੂਆਤ, ਮਾਰਟਿਨ ਲੂਥਰ ਕਿੰਗ ਦੀ ਸ਼ੁਰੂਆਤ ਇੱਥੋਂ ਹੋਈ ਸੀ, ਰਾਈਟ। ਐਂਡ ਉਹਨ ਬॉयਕਾਟ ਕੀਤਾ ਸੀ ਬੱਸਿਸ ਦਾ, ਰਾਈਟ। 300 ਕੁਛ ਦਿਨਾਂ ਲਈ ਉਹਨਾਂ ਨੇ ਬॉयਕਾਟ ਕੀਤਾ, ਤੇ ਫਿਰ ਸੁਪਰੀਮ ਕੋਰਟ ਨੂੰ ਪਾਸ ਕਰਨਾ ਪਿਆ ਸੀ ਬਿੱਲ, ਜਾਂ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਸੀਗਾ ਨਹੀਂ, ਡੀਸੈਗਰੀਗੇਸ਼ਨ ਕਰਨਾ ਹੈ, ਕਿ ਮਤਲਬ ਤੁਸੀਂ ਇਹ ਕਿਸੇ ਨਾਲ ਕਰ ਨਹੀਂ ਸਕਦੇ। ਬਿਲਕੁਲ, ਰਾਈਟ। ਐਂਡ ਉਹਦੇ ਕਰਕੇ 1964 ਵਿੱਚ ਜੋ ਸਿਵਲ ਰਾਈਟਸ ਬਿੱਲ ਆ ਉਹ ਵੀ ਪਾਸ ਹੋਇਆ ਸੀਗਾ। ਇਸ ਇੱਕ ਐਕਸ਼ਨ ਨੇ ਉਸ ਦੀ ਮੋਰਲ ਆਫ ਦ ਸਟੋਰੀ ਇਹ ਆ, ਰਾਈਟ, ਕਿ ਹਾਂ ਇੱਕ ਜਣਾ ਪ੍ਰੋਟੈਸਟ ਕਰ, ਪਰ ਜਦੋਂ ਤੁਸੀਂ ਜੁੜ ਜਾਂਦੇ ਹੈ ਨਾ, ਜਦੋਂ ਇਕੱਠੇ ਹੋ ਜਾਂਦੇ ਆ, ਤੁਸੀਂ ਸਾਰਾ ਕੁਝ ਬਦਲ ਸਕਦੇ ਆ। ਓਕੇ, ਬਸ ਇੰਨੀ ਮੈਂ ਗੱਲ ਕਰਨੀ ਚਾਹੁੰਦਾ। ਥੈਂਕ ਯੂ ਰਾਜ ਜੀ, ਬਹੁਤ ਮਿਹਰਬਾਨੀ। ਇਹ ਤਾਂ ਅਸੀਂ ਰਾਜ ਬੰਗਰ ਹੋਣੀ, ਸਾਡੇ ਵਨ ਆਫ ਦ ਟਰਸਟੀ ਹੈਗੇ ਆ ਇਸ ਅਕਾਂਸ਼ੀ ਟੈਲੀਵਿਜ਼ਨ ਦੇ, ਬਹੁਤ ਹੀ ਜਿਹੜੀ ਹੈਗੀ ਹਿਸਟੋਰੀਕਲ ਗੱਲ ਕਰਕੇ ਸਾਂਝ ਪਾ ਗਏ ਹੈਗੇ ਆ। ਤੁਸੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੈਗੇ ਆ। ਜਦੋਂ ਅਸੀਂ ਜਾਨਵਰਾਂ ਪੰਛੀਆਂ ਵਿੱਚ ਵੀ ਦੇਖਦੇ ਹੈਗੇ, ਉਹਨਾਂ ਵਿੱਚ ਵੀ ਖੁਦਗਰਜ਼ੀ ਹੁੰਦੀ ਹੈ, ਜਿਹੜੀ ਕਿ ਮੈਂ ਸਮਝਦਾ ਕਈ ਵਾਰੀ ਜ਼ਰੂਰੀ ਵੀ ਹੈ। ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਪਾਲ ਸਕਦੇ, ਤੁਸੀਂ ਆਪਣੇ ਆਪ ਨੂੰ ਨਹੀਂ ਪਾਲ ਸਕਦੇ, ਪਰ ਦੈਟ ਸ਼ੁੱਡ ਬੀ ਅ ਲਿਮਿਟ, ਨਾਟ ਐਟ ਦੀ ਕੋਸਟ ਆਫ ਐਨੀਬਡੀ ਐਲਸ। ਤੁਸੀਂ ਕਿਸੇ ਨਾਲ ਧੋਖਾ ਕਰਕੇ ਜਾਂ ਕਿਸੇ ਨੂੰ ਜਿਹੜਾ ਹੈਗਾ ਉਹਨਾਂ ਵਿਤਕਰਾ ਕਰਕੇ ਜਿਹੜਾ ਹੈਗਾ ਤੁਸੀਂ ਆਪਣਾ ਲਾਲਚ ਦੇ ਬਸ ਜਿਹੜਾ ਹੈਗਾ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾਓ, ਅਤੇ ਉਹ ਖੁਦਗਰਜ਼ੀ ਜਿਹੜੀ ਹੈਗੀ ਆ ਉਹਨੂੰ ਮੈਂ ਸਮਝ ਲਿਆ ਵੀ ਉਹ ਨਹੀਂ ਕੋਈ ਵੀ ਐਕਸੈਪਟ ਕਰਦਾ ਕਿਸੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਭਾਈ ਸਾਹਿਬ ਦੀ ਪਹਿਲਾਂ ਮੈਂ ਗੱਲਬਾਤ ਸੁਣੀ ਆ। ਹਾਂਜੀ, ਤੇ ਤੁਸੀਂ ਮੇਰੇ ਵਿਚਾਰ ਬੜੇ ਸੋਹਣੇ ਲੱਗੇ ਉਹਨਾਂ ਦੇ। ਤੁਸੀਂ ਟੈਲੀਵਿਜ਼ਨ ਨੂੰ ਆਵਾਜ਼ ਟੈਲੀਵਿਜ਼ਨ ਦੀ ਥੋੜੀ ਘੱਟ ਕਰ ਲਓ ਤੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰੋ। ਹਾਂਜੀ, ਅੱਛਾ ਜੀ, ਸਹੀ ਹੈ। ਹਾਂਜੀ ਹਾਂਜੀ ਹਾਂਜੀ। ਤੇ ਉਹ ਇਸ ਤਰ੍ਹਾਂ ਗੱਲ ਆ, ਮੈਂ ਕਈਆਂ ਦੇ ਸੁਣੇ ਵਿਚਾਰ ਬੜੇ ਸੋਹਣੇ ਲੱਗੇ ਮੈਨੂੰ ਉਹਨਾਂ ਦੇ। ਤੇ ਮੈਂ ਹੋਰ ਕੁਝ ਐਡ ਕਰਨਾ ਚਾਹੁੰਦਾ ਸੀਗਾ ਕਿ ਇਲਾਵਾ ਜਿੱਦਾਂ ਪੋਲੀਟਿਕਸ ਦੀ ਗੱਲ ਕੀਤੀ ਆ। ਹਾਂਜੀ ਹਾਂਜੀ। ਆਪਣੇ ਇੰਡੀਆ ਉੱਥੇ ਮੋਦੀ, ਕੈਪਟਨ ਮਨਿੰਦਰ ਸਿੰਘ ਤੇ ਮੋਦੀ, ਉਹਨੂੰ ਕੱਢਣਾ ਚਾਹੀਦਾ। ਉਹਨੇ ਸਾਰਾ ਭਵਿੱਖ ਖਰਾਬ ਕੀਤਾ ਆ ਆਪਣੇ ਪੰਜਾਬ ਦਾ ਤੇ ਸਾਰੇ ਮੁਲਕਾਂ ਦੇ ਵਿੱਚ। ਤੁਸੀਂ ਯਾਨੀ ਕਿ ਖੁਦਗਰਜ਼ੀ ਬਾਰੇ ਕੀ ਗੱਲ ਕਰਨੀ ਚਾਹੁੰਦੇ ਆ? ਯਾਨੀ ਕਿ ਜਿਹੜਾ ਟੌਪਿਕ ਹੈਗਾ ਸੈਲਫਿਸ਼ਨੈਸ ਬਾਰੇ, ਉਹਦੇ ਬਾਰੇ ਗੱਲ ਕਰੋ। ਯਾਨੀ ਕਿ ਹਾਂਜੀ, ਇਹੀ ਖੁਦਗਰਜ਼ੀ ਇਹੀ ਆ ਉਹਨਾਂ ਦੀ, ਇਹ ਮਿਟਾਉਣੀ ਚਾਹੀਦੀ ਉਹਨਾਂ ਦੀ। ਅੱਛਾ, ਤੁਸੀਂ ਅਸੀਂ ਪੰਜਾਬ ਕਿਤੇ ਨਹੀਂ ਲੰਘ ਸਕਦੇ, ਇੱਥੇ ਗਾਂ ਵੱਧ ਨਹੀਂ ਸਕਦੇ। ਠੀਕ ਹੈ, ਉਹ ਨਾ ਨਿਕਲਣ ਉੱਥੋਂ। ਠੀਕ ਹੈ, ਓਕੇ ਜੀ, ਓਕੇ। ਅਤੇ ਬੱਚਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਬੱਚਿਆਂ ਨੂੰ ਆਪਾਂ ਕੀ? ਹਾਂਜੀ, ਓਕੇ ਓਕੇ ਜੀ। ਇਹ ਤਾਂ ਭਾਈ ਸਾਹਿਬ ਯਾਨੀ ਕਿ ਕੋਲ ਡਰੋਪ ਉਹਨਾਂ ਦੀ ਹੋ ਗਈ ਹੈਗੀ ਹੈ। ਮੈਂ ਸਮਝਦਾ ਤੁਸੀਂ ਯਾਨੀ ਕਿ ਜਿਹੜਾ ਮਸਲਾ ਅੱਜ ਹੈਗਾ, ਜਿਹੜਾ ਮੁੱਦਾ ਹੈਗਾ, ਉਹ ਖੁਦਗਰਜ਼ੀ ਬਾਰੇ ਹੈ, ਸੈਲਫਿਸ਼ਨੈਸ ਬਾਰੇ ਹੈਗਾ, ਜਿਹੜਾ ਮੈਂ ਲੇਖ ਵੀ ਪੜ੍ਹਿਆ ਸੀਗਾ। ਜੇ ਆਪਾਂ ਇਹ 'ਤੇ ਕੌਨਸਨਟਰੇਟ ਕਰ ਸਕੀਏ ਤਾਂ ਜ਼ਿਆਦਾ ਚੰਗਾ ਹੈਗਾ, ਕਿਉਂਕਿ ਇਹ ਪੋਲੀਟਿਕਸ ਬਾਰੇ ਨਹੀਂ ਮੈਂ ਗੱਲ ਕਰ ਰਿਹਾ ਹੈਗਾ।
ਜੇ ਕਿਸੇ ਦਿਨ ਜਿਸ ਦਿਨ ਪੋਲੀਟਿਕਸ ਬਾਰੇ ਗੱਲ ਕਰਾਂਗੇ ਉਸ ਦਿਨ ਪੋਲੀਟਿਕਸ ਬਾਰੇ ਆਪਾਂ ਖੂਬ ਚਰਚਾ ਕਰਾਂਗੇ। ਪਰ ਅੱਜ ਦਾ ਵਿਸ਼ਾ ਜਿਹੜਾ ਹੈਗਾ ਸੈਲਫਿਸ਼ਨੈਸ ਬਾਰੇ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ, ਗੁੱਡ ਈਵਨਿੰਗ। ਹਾਂਜੀ, ਗੁੱਡ ਈਵਨਿੰਗ ਜੀ। ਹੈਲੋ, ਬੜਾ ਤੁਹਾਡਾ ਵਾਈਡ ਟਾਪਿਕ ਹੈ ਖੁਦਗਰਜ਼ੀ। ਬੇਸਿਕਲੀ ਇਨਸਾਨ ਹਰ ਖੁਦਗਰਜ਼ ਹੁੰਦਾ ਹੈ, ਕੋਈ ਘੱਟ ਹੁੰਦਾ ਹੈ, ਕੋਈ ਜ਼ਿਆਦਾ ਹੁੰਦਾ ਹੈ। ਹਾਂਜੀ ਹਾਂਜੀ। ਹੁਣ ਤੁਹਾਨੂੰ ਮੈਂ ਇੱਕ ਮਿਸਾਲ ਦੇਣਾ। ਪਿਛਲੇ ਦਿਨੋਂ ਤੁਹਾਡੇ ਟੀਵੀ ਤੇ ਮੈਂ ਇੱਕ ਪ੍ਰੋਗਰਾਮ, ਬਲਕਿ ਇੱਕ ਤੋਂ ਜ਼ਿਆਦਾ ਪ੍ਰੋਗਰਾਮਾਂ 'ਚ ਦੇਖਿਆ, ਇੱਕ ਸਰਦਾਰ ਜੀ ਨੇ ਬੜੀਆਂ ਬਗੈਰ ਅਖਲਾਕੀ ਤੇ ਬੜੀਆਂ ਫਜ਼ੂਲ ਗੱਲਾਂ ਕੀਤੀਆਂ ਕਿਸੇ ਗੁਰੂ ਦੇ ਖਿਲਾਫ। ਬਿਲਕੁਲ। ਤੇ ਉਹਦੀ ਬਾਰ-ਬਾਰ ਫੋਟੋ ਦਿਖਾ ਰਹੇ ਸਨ, ਬਾਰ-ਬਾਰ ਉਹਦੀਆਂ ਵਾਇਰਲ ਜੋ ਉਹਨੇ ਕੀਤੀ ਉਹ ਗੱਲਾਂ ਦੱਸ ਰਹੇ ਸਨ। ਤੇ ਉਹ ਬੇਸਿਕਲੀ ਉਹ ਖੁਦਗਰਜ਼ ਆਦਮੀ ਆਪਣੀ ਸੈਲਫ ਜਾਂਦਾ ਹੈ ਕਿ ਉਹ ਸੈਲਫ ਉਹਦਾ ਇਮੇਜ ਹੋਵੇ, ਲੋਕਾਂ 'ਚ ਮਸ਼ਹੂਰੀ ਹੋਵੇ ਤੇ ਉਹ ਮਸ਼ਹੂਰ ਇਸ ਤਰ੍ਹਾਂ ਹੋਵੇ, ਜ਼ਰਾ ਮਤਲਬ ਲੋਕਾਂ 'ਚ ਮਸ਼ਹੂਰ ਹੋਵੇ। ਤੇ ਬੇਸਿਕਲੀ ਉਹ ਵੀ ਇਹ ਵੀ ਖੁਦਗਰਜ਼ੀ ਦੀ ਮਿਸਾਲ ਹੈ ਕਿ ਉਹ ਮਤਲਬ ਉਹਨੇ ਆਪਣਾ ਇੱਕ ਤਰੀਕਾ ਅਪਣਾਇਆ ਕਿ ਇਸ ਤਰ੍ਹਾਂ ਮਸ਼ਹੂਰ ਹੋਏਗਾ ਤੇ ਦੁਨੀਆ ਨੂੰ ਜਾਣੇਗੀ। ਹਾਲਾਂਕਿ ਇਹ ਬੜੀ ਚੀਪ ਪਪੂਲੈਰਿਟੀ ਦੀ ਇੱਕ ਮਿਸਾਲ ਹੈ। ਲੇਕਿਨ ਉਹ ਤੁਸੀਂ ਦੇਖੋ ਕਿ ਉਹ ਅਗਰ ਉਹਨੇ ਕਾਨੂੰਨ ਤੋੜਿਆ ਕਿਸੇ ਮੁਲਕ ਦਾ ਤਾਂ ਉਹਦੇ ਕਾਨੂੰਨ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਵਰਨਾ ਉਹਦੇ ਖਿਲਾਫ ਕੁਝ ਨਹੀਂ ਕੀਤਾ ਜਾ ਸਕਦਾ। ਤੇ ਇਹ ਬੇਸਿਕਲੀ ਇਹ ਦੇਖਿਆ ਜਾਏ ਤੇ ਸੈਲਫ ਪ੍ਰੋਜੈਕਸ਼ਨ ਸਾਰਿਆਂ 'ਚ ਖੁਦਗਰਜ਼ੀ ਦੀ ਵੀ ਇੱਕ ਮਿਸਾਲ ਹੁੰਦੀ ਹੈ। ਤੇ ਇਟਸ ਨਾਟ ਫੇਅਰ ਕਿ ਤੁਸੀਂ ਕਿਸੇ ਆਪਣੀ ਚੀਪ ਪਪੂਲੈਰਿਟੀ ਜਾਂ ਕੋਈ ਇਸ ਤਰ੍ਹਾਂ ਹਾਸਲ ਕਰਨ ਵਾਸਤੇ ਸਾਰੇ ਮਤਲਬ ਇੱਕ ਧਰਮ ਤੇ ਵਾਰ ਕਰੋ ਤੇ ਉਹਦੇ ਖਿਲਾਫ ਗੱਲਾਂ ਕਰੋ। ਤੇ ਵੀ ਆਲ ਕੰਡੈਮ ਦੈਟ, ਯੂ ਨੋ। ਡਾਕਟਰ ਸਾਹਿਬ, ਤੁਸੀਂ ਬੱਚਿਆਂ ਨੂੰ ਯਾਨੀ ਕਿ ਆਪਾਂ ਕਿੱਦਾਂ ਖੁਦਗਰਜ਼ੀ ਤੋਂ ਦੂਰ ਯਾਨੀ ਕਿ ਰੱਖਣ ਦੀ ਕੋਸ਼ਿਸ਼ ਕਰੀਏ? ਬੱਚਿਆਂ ਨੂੰ ਕੀ ਸਿਖਾਈਏ? ਬੱਚੇ ਤੇ ਉਹੀ ਸਿੱਖਣਗੇ ਜੋ ਵੱਡੇ ਕਰਨਗੇ। ਬੱਚਿਆਂ ਨੂੰ ਤੇ ਮਤਲਬ ਉਹ ਤੇ ਉਹਨਾਂ ਨੇ ਕੋਈ ਬੇਸਿਕ ਟ੍ਰੇਨਿੰਗ ਵਾਲਦੈਨ ਦੀ ਹੁੰਦੀ ਹੈ। ਹਾਂਜੀ। ਤੇ ਉਹ ਵਾਲਦੈਨ ਨੂੰ ਚਾਹੀਦਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਅੱਛੇ ਰਸਤੇ ਪਾਉਣ। ਉਹਨਾਂ ਨੂੰ ਕਹਿਣ ਕਿ ਭਾਈ ਤੁਸੀਂ ਵੱਡਿਆਂ ਦਾ ਅਦਬ ਕਰੋ, ਲਿਹਾਜ਼ ਕਰੋ, ਤੇ ਜੋ ਮਤਲਬ ਸਕੂਲ 'ਚ ਟੀਚਰਸ ਕਹਿੰਦੇ ਨੇ ਉਹਨਾਂ ਦਾ ਕਹਿਣਾ ਮੰਨੋ। ਤੇ ਇਸ ਤਰ੍ਹਾਂ ਹੀ ਹੋ ਸਕਦਾ ਮਤਲਬ। ਓਕੇ, ਥੈਂਕ ਯੂ, ਥੈਂਕ ਯੂ। ਇਹ ਤਾਂ ਸੀ ਜੀ ਡਾਕਟਰ ਅਜ਼ੀਜ਼ ਹੋਣੀ ਬਰਮਿੰਘਮ ਤੋਂ, ਮੇਰੇ ਰੈਗੂਲਰ ਕਾਲਰ ਹੈਗੇ ਆ। ਬੜੀਆਂ ਚੰਗੀਆਂ ਗੱਲਾਂ ਕਰਕੇ ਆਏ ਆ। ਠੀਕ ਹੈ, ਕਈ ਯਾਨੀ ਕਿ ਜਿਹੜੇ ਲੋਕ ਹੈਗੇ ਆ ਉਹ ਚੀਪ ਆਪਣੀ ਪਬਲਿਸਿਟੀ ਲਈ ਕਈ ਤਰ੍ਹਾਂ ਦੀਆਂ ਗਲਤ ਗੱਲਾਂ ਕਰਦੇ ਹੈਗੇ ਆ, ਗਲਤ ਵੀਡੀਓ ਪਾਉਂਦੇ ਹੈਗੇ ਜੇ, ਅਤੇ ਕਈ ਤਰ੍ਹਾਂ ਦੇ ਇਲਜ਼ਾਮ ਗਲਤ ਕਰਕੇ ਤੇ ਫਿਰ ਆਪਣੇ ਆਪ ਨੂੰ ਵੀ ਬਾਅਦ ਵਿੱਚ ਸਮੱਸਿਆ ਵਿੱਚ ਪਾ ਲੈਂਦੇ। ਬਾਅਦ 'ਚ ਫਿਰ ਅਪੋਲੋਜੀ ਵੀ ਕਰਦੇ ਹੈਗੇ ਆ। ਵੈਸੇ ਵੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਕਿਸੇ ਵੀ ਜਾਤ, ਧਰਮ ਅਤੇ ਰੰਗ ਨੂੰ ਜਿਹੜਾ ਨਸਲ ਨੂੰ ਬਿਨਾਂ ਕਿਸੇ ਗੱਲ ਤੋਂ ਜਿਹੜਾ ਹੈਗਾ ਕੰਡੈਮ ਨਾ ਕਰੀਏ ਅਤੇ ਉਹਨਾਂ 'ਤੇ ਕੋਈ ਵੀ ਚਿੱਕੜ ਛਾਲਣ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਸਾਰੇ ਇਨਸਾਨ ਇੱਕੋ ਹੈਗੇ ਆ। ਜੇ ਕਿਸੇ ਨੂੰ ਕਿਸੇ ਨਾਲ ਕੋਈ ਪ੍ਰੋਬਲਮ ਹੈਗੀ ਤਾਂ ਉਹਨਾਂ ਜਾ ਕੇ ਇਕੱਲੇ ਨਾਲ ਗੱਲ ਕਰ ਲਵੇ, ਨਾ ਕਿ ਸਾਰੀ ਕੌਮ ਨੂੰ, ਸਾਰੀ ਰੇਸ ਨੂੰ, ਸਾਰੇ ਧਰਮ ਨੂੰ ਜਿਹੜਾ ਹੈਗਾ ਬਦਨਾਮ ਕੀਤਾ ਜਾਵੇ। ਖਾਸ ਕਰਕੇ ਮਹਾਂਪੁਰਸ਼ ਜਿਹੜੇ ਹੈਗੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਹੈਗੇ ਆ ਅਤੇ ਉਹਨਾਂ ਨੇ ਦੁਨੀਆ ਦੇ ਭਲੇ ਲਈ ਬਹੁਤ ਕੁਛ ਕੀਤਾ ਹੈਗਾ। ਅਤੇ ਜਿਹੜੇ ਲੋਕ ਦੁਨੀਆ ਦੇ ਭਲੇ ਲਈ ਕੁਛ ਕਰਦੇ ਹੈਗੇ ਉਹਨਾਂ ਦਾ ਦੁਨੀਆ ਵਿੱਚ ਨਾਂ ਵੀ ਰਹਿੰਦਾ ਹੈਗਾ ਅਤੇ ਲੋਕ ਸਾਰੇ ਉਹਨਾਂ ਦੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਕੱਟ ਹੋ ਗਿਆ ਫੋਨ ਤੇ ਕਿਤੇ ਹੋਰ ਚਲ ਗਿਆ ਸੀ ਮਾਈਂਡ। ਹਾਂਜੀ, ਕੋਈ ਨਹੀਂ, ਕਰੋ ਗੱਲ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੁਸੀਂ ਪੁੱਛਿਆ ਸੀ ਮੈਨੂੰ ਕਿ ਖੁਦਗਰਜ਼ੀ ਤੇ ਬੱਚਿਆਂ ਨੂੰ ਬਜਾਏ ਹਾਂਜੀ ਬਾਰੇ। ਹਾਂਜੀ, ਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਮਾਂ ਪਿਓ ਦਾ ਫਰਜ਼ ਬਣਦਾ ਕਿ ਮੇਰਾ ਖਿਆਲ ਤੁਸੀਂ ਇਹ ਨਾ ਟੈਲੀਫੋਨ ਸਾਰਾ ਕੁਛ ਚੰਗੇ ਪਾਸੇ ਪਾਉਣਾ। ਤੁਸੀਂ ਇੱਕ ਮਿੰਟ ਭਾਜੀ, ਤੁਸੀਂ ਨਾ ਆਪਣਾ ਟੈਲੀਵਿਜ਼ਨ ਨੂੰ ਬੰਦ ਕਰ ਲਓ। ਤੁਸੀਂ ਉਹ ਟੈਲੀਵਿਜ਼ਨ 'ਤੇ ਆਵਾਜ਼ ਸੁਣ ਰਹੇ, ਇਸ ਕਰਕੇ ਜਿਹੜੀ ਮੈਨੂੰ ਹੋਵੇ ਤੁਸੀਂ ਜਿਹੜਾ ਠੀਕ ਨਹੀਂ ਬੋਲ ਰਿਹਾ। ਹਾਂਜੀ, ਉਹ ਵੋਲਿਊਮ ਮੈਂ ਕਰਤਾ ਬੰਦ। ਹਾਂਜੀ ਹਾਂਜੀ, ਹੁਣ ਕਰੋ ਗੱਲ। ਹਾਂਜੀ, ਉਹ ਗੱਲ ਇੱਦਾਂ ਹੈ ਕਿ ਹੁਣ ਮਾਂ ਪਿਓ ਦਾ ਫਰਜ਼ ਬਣਦਾ ਕਿ ਨਿਆਣੇ ਬੱਚਿਆਂ ਨੂੰ ਸਮਝਾਉਣਾ, ਕਿਤੇ ਗਲਤ ਰਾਹ ਨਾ ਪੈ ਜਾਣ। ਠੀਕ ਹੈ ਜੀ, ਠੀਕ ਆ। ਇਹ ਹੈਗਾ ਕਿਤੇ ਸੁਸਾਇਟੀ ਹੁੰਦੀ ਜੇ ਸਕੂਲੇ ਜਾਂਦੇ ਆ ਜਾਂ ਕੁਛ ਇਹਦਾ ਮਾੜੇ ਪਾਸੇ ਪੈ ਜਾਣ ਤਾਂ ਉੱਥੇ ਮਾਂ ਪਿਓ ਦਾ ਹੁਣ ਕੀ ਕਰੇ। ਪਰ ਕਈ ਮਾਂ ਬਾਪ ਨੇ ਆਪਣੇ ਸਕੇ ਭੈਣ ਭਰਾਵਾਂ ਦੀਆਂ ਜਾਇਦਾਦਾਂ ਵੀ ਜਾਣੀ ਕਿ ਹੜੱਪ ਕਰ ਲਈਆਂ, ਉਹਨਾਂ ਨਾਲ ਪੈਸੇ ਨਾਲ ਹੇਰਾਫੇਰੀ ਕੀਤੀ ਹੈ, ਕਈ ਵਾਰੀ ਮਰਡਰ ਵੀ ਹੋਏ ਹੈਗੇ ਆ। ਉਹ ਵੀ ਤਾਂ ਜਿਹੜਾ ਹੈਗਾ ਖੁਦਗਰਜ਼ਪੁਣਾ ਹੀ ਹੈ। ਹਾਂਜੀ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਜੀ ਉਪਦੇਸ਼ ਕੇ ਜਿਹੜੇ ਵੀ ਹੈਗੇ ਪ੍ਰੋਬਲਮ ਇੱਦਾਂ ਪੈਂਦੀਆਂ ਉਹ ਕੱਲ੍ਹ ਸਮਝਾਉਣ ਘਰ ਬੈਠ ਕੇ ਅੰਦਰ ਚਾਰ ਦਰਵਾਜ਼ੇ 'ਚ
ठीक है जी, ठीक है, थैंक यू जी, थैंक यू जी, बहुत मेहरबानी जी। ਇਹ ਤਾਂ ਭਾਈ ਸਾਹਿਬ ਸੀਗੇ ਜਿਹੜੇ ਦੁਬਾਰਾ ਫਿਰ ਉਹਨਾਂ ਦੀ ਟੈਲੀਫੋਨ ਕਾਲ ਪਹਿਲਾਂ ਡਰੋਪ ਹੋ ਗਈ ਸੀ, ਦੁਬਾਰਾ ਉਹਨਾਂ ਨੇ ਗੱਲ ਕੀਤੀ ਹੈਗੀ। ਤੁਸੀਂ ਵੀ ਸਾਡੇ ਨਾਲ ਟੈਲੀਫੋਨ ਕਰਕੇ ਆਪਣਾ ਜਿਹੜੇ ਵਿਚਾਰ ਹੈਗੇ ਸਾਂਝੇ ਕਰ ਸਕਦੇ। ਮੈਂ ਅੱਜ ਗੱਲ ਕਰ ਰਿਹਾ ਖੁਦਗਰਜ਼ੀ ਬਾਰੇ, ਸੈਲਫਿਸ਼ਨੈਸ ਬਾਰੇ, ਜਿਹੜੇ ਕਿ ਸਾਨੂੰ ਰੋਜ਼ ਦੇਖਣ ਵਿੱਚ ਵੀ ਸਾਨੂੰ ਆਉਂਦਾ ਹੈਗਾ। ਅਸੀਂ ਕਈ ਤਰ੍ਹਾਂ ਦੀ ਖੁਦਗਰਜ਼ੀਆਂ ਕਰਦੇ ਹਾਂ, ਆਪਣੇ ਸਕੇ ਭੈਣ ਭਰਾਵਾਂ ਨਾਲ ਖੁਦਗਰਜ਼ੀਆਂ ਕਰਦੇ ਹੈਗੇ ਹਾਂ। ਉੱਥੇ ਉਹਨਾਂ ਨਾਲ ਕਈ ਤਰ੍ਹਾਂ ਦੀ ਹੇਰਾਫੇਰੀ ਕਰਦੇ ਹਾਂ, ਉਹਨਾਂ ਤੋਂ ਕਈ ਵਾਰੀ ਪੈਸੇ ਉਧਾਰ ਲੈ ਕੇ, ਯਾਨੀ ਕਿ ਜਾਂ ਉਹਨਾਂ ਨੇ ਤੁਹਾਡਾ ਕੁਛ ਕੀਤਾ ਹੁੰਦਾ ਹੈਗਾ ਅਤੇ ਉਸ ਤੋਂ ਬਾਅਦ ਕਹਿੰਦੇ ਵੀ ਤੂੰ ਮੇਰਾ ਕੀ ਕੀਤਾ ਹੈਗਾ, ਮੈਂ ਜਿਹੜਾ ਹੈਗਾ ਤੇਰਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਜੀ? ਵੈਲਕਮ ਹੈ ਜੀ। ਹੈਲੋ ਹਰੀਸ਼, ਹਾਊ ਆਰ ਯੂ? ਆਮ ਫਾਈਨ। ਹਾਂਜੀ, ਕੀ ਕਹਿਣਾ ਚਾਹੋਗੇ ਅਵਤਾਰ ਜੀ? ਹਾਂਜੀ, ਕੀ ਕਹਿਣਾ ਚਾਹੋਗੇ? ਇਟਸ ਅ ਨਾਈਸ ਟੌਪਿਕ, ਜਿਹੜਾ ਸੈਲਫਿਸ਼ਨੈਸ ਦਾ। ਮੈਂ ਜਿਹੜਾ ਫੋਕਸ ਕਰਨਾ ਚਾਹਾਂਗਾ ਨਾ, ਹਾਂਜੀ ਹਾਂਜੀ, ਮੈਂ ਜਿਹੜਾ ਸੋਸ਼ਲ ਸਟਰਕਚਰਸ ਨੇ ਆਪਣੇ ਕਮਿਊਨਿਟੀ ਦੇ, ਕਿਸੇ ਵੀ ਪੇਰੈਂਟਸ ਦੇ, ਹਾਂਜੀ ਹਾਂਜੀ, ਉਸ ਤੇ ਕਰਾਂਗਾ। ਤੇ ਸਾਡਾ ਜਿਹੜਾ ਕਲਚਰਲ ਹੈਰੀਟੇਜ ਕੀ ਹੈਗਾ, ਹਾਂਜੀ ਹਾਂਜੀ, ਤੇ ਉਸ ਨਾਲ ਸਾਡੀ ਡਿਵੈਲਪਮੈਂਟ ਕਿੱਦਾਂ ਹੁੰਦੀ ਹੈ। ਹਾਂਜੀ, ਜੇ ਅਸੀਂ ਕਿਸੇ ਸੋਸ਼ਲ ਸੈਟਅਪ ਵਿੱਚ ਪਲ ਰਹੇ ਹਾਂ, ਜਿਹੜਾ ਸੋਸ਼ਲ ਸੈਟਅਪ ਇਨ ਦੀ ਮਾਈਕਰੋ ਸੈਂਸ ਤੇ ਮੈਕਰੋ ਸੈਂਸ ਦੀ ਮੈਂ ਗੱਲ ਕਰਦਾ। ਬਿਲਕੁਲ। ਮਾਈਕਰੋ ਸੈਂਸ ਤੁਹਾਡੀ ਫੈਮਿਲੀ ਤੇ ਤੁਹਾਡੀ ਸਰਾਊਂਡਿੰਗ, ਮੈਕਰੋ ਸੈਂਸ ਜਿਹੜੀ ਤੁਹਾਡੀ ਸੋਸ਼ਲ ਸੁਸਾਇਟੀ ਹੈ, ਕਿ ਜਿਹੜੀ ਮੁਲਕ ਦੀ ਜਾਂ ਤੁਹਾਡੇ ਕਸਬੇ ਦੀ ਹੈ, ਵਟਐਵਰ। ਹਾਂਜੀ ਹਾਂਜੀ, ਉਹ ਜਿਹੜੀਆਂ ਚੀਜ਼ਾਂ ਨੇ ਉਸ ਤੇ ਤੁਹਾਡਾ ਬਹੁਤ ਅਸਰ ਪੈਂਦਾ। ਫੋਰ ਐਗਜ਼ਾਮਪਲ, ਹੁਣ ਆਪਾਂ ਹਿੰਦੁਸਤਾਨੀ ਆ ਸਾਰੇ, ਹਾਂਜੀ, ਤੇ ਵਿਦਿਨ ਹਿੰਦੁਸਤਾਨ ਅਸੀਂ ਡਿਫਰੈਂਟ ਸਟੇਟਸ ਨੂੰ ਬਿਲੋਂਗ ਕਰਦੇ ਹਾਂ, ਤੇ ਉੱਥੇ ਸਾਡਾ ਕਲਚਰ ਹੈ। ਫਿਰ ਉੱਥੋਂ ਅਸੀਂ ਤੋਂ ਛੱਡ ਕੇ ਉਹ ਸਟੇਟਸ ਨੂੰ ਬਾਹਰ ਮੁਲਕਾਂ 'ਚ ਆਏ ਹਾਂ। ਹਾਂਜੀ ਹਾਂਜੀ, ਕੋਈ ਮੁਲਕਾਂ 'ਚ 150 ਸਾਲ ਹੋ ਗਿਆ, ਕਿਸੇ ਨੂੰ 100 ਸਾਲ ਹੋ ਗਏ, ਕਿਸੇ ਨੂੰ 50 ਹੋ ਗਏ, ਕਿਸੇ ਨੂੰ 5 ਹੋ ਗਏ। ਜਿਹੜੀ ਸਾਡੀ ਡਿਵੈਲਪਮੈਂਟ ਆ, ਸਾਡੇ ਉਹ ਡਿਫਰੈਂਟ ਤਰੀਕੇ ਦੇ ਨਾਲ ਹੋ ਰਹੀ ਹੈ। ਬਿਲਕੁਲ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ, ਜਦੋਂ ਇੰਡੀਆ 'ਚ ਆਪਾਂ ਡਿਵੈਲਪ ਹੋ, ਬੰਦੇ ਤੇ ਬੱਚੇ ਦੀ ਕਿਸੇ ਦੀ ਡਿਵੈਲਪਮੈਂਟ ਹੁੰਦੀ ਆ, ਇਹਦੀ ਮਾਈਕਰੋ ਸੈਂਸ ਡਿਫਰੈਂਟ ਹੋ ਸਕਦੀ ਹੈ ਤੇ ਮੈਕਰੋ ਸੈਂਸ ਦੇ ਨਾਲ ਕਨਫਲਿਕਟ ਵੀ ਹੋ ਸਕਦਾ। ਹੁਣ ਦੇਖੋ, ਆਪਣੇ ਜਨਰਲੀ ਸਪੀਕਿੰਗ, ਆਪਣੇ ਕਿਹਾ ਜਾਂਦਾ ਜੇ ਆਪਾਂ ਮੰਦਿਰ 'ਚ ਜਾਈਏ ਜਾਂ ਗੁਰਦੁਆਰੇ 'ਚ ਜਾਈਏ, ਤੇ ਕਿਸੇ ਨੇ ਇੱਕ ਰਿਸਰਚ ਕੀਤੀ ਸੀਗੀ ਵੀ ਜਿਹੜਾ ਇੰਡੀਅਨ ਕਲਚਰ ਆ, ਇਹ ਹਮੇਸ਼ਾ ਮੰਗਦਾ। ਹਾਂਜੀ, ਸਾਡੀਆਂ ਜਿਹੜੀਆਂ ਰਿਲੀਜੀਅਸ ਪਲੇਸਿਸ ਤੇ ਜਾ ਕੇ ਅਸੀਂ ਮੰਗਦੇ ਆ, ਹਾਂਜੀ ਹਾਂਜੀ, ਵੀ ਸਾਨੂੰ ਇਹ ਮਿਲੇ। ਤੁਸੀਂ ਸੈਲਫਿਸ਼ ਦੀ ਗੱਲ ਕਿਤਨੇ ਕਿ ਸੈਲਫਿਸ਼ ਤੋਂ ਕੰਟਰੀ ਜਾਣਾ, ਵੀ ਦੇਣ ਦੀ ਕਿੱਦਾਂ ਅਸੀਂ ਦਈਏ। ਜਦ ਅਸੀਂ ਮੰਗਦੇ ਹੀ ਆ, ਫਿਰ ਅਸੀਂ ਦਿੰਦੇ ਕਿੱਦਾਂ ਹੈਗੇ ਆ। ਸੋ ਜਿਹੜਾ ਫਿਰ ਸਾਡਾ ਸੋਸ਼ਲ ਸਟਰਕਚਰ ਆ, ਸਾਡੀ ਦੀ ਥਿੰਕਿੰਗ ਪ੍ਰੋਸੈਸ ਨੂੰ ਏਦਾਂ ਇਨਫਲੂਐਂਸ ਕਰ ਦਿੰਦਾ ਵੀ ਜੇ ਸਾਨੂੰ ਕੋਈ ਗਲਤੀ ਕਰਦੇ ਆ, ਅਸੀਂ ਜਾ ਕੇ ਮੰਗ ਲਈਏ, ਵੀ ਪਾਰਡਨ ਮੰਗ ਲਈਏ। ਹੁਣ ਜਿੱਦਾਂ ਇੱਥੇ ਦੇਖੋ, ਚਰਚ, ਕੈਥੋਲਿਕ ਚਰਚ ਵਿੱਚ ਪਹਿਲਾਂ ਸੀਗਾ ਵੀ ਜੇ ਤੁਸੀਂ ਕੋਈ ਕ੍ਰਾਈਮ, ਕੋਈ ਸਿਨ ਕਰਦੇ ਹੋ, ਤੁਸੀਂ ਆਪਣੇ ਚਰਚ ਜਾ ਕੇ ਪਾਦਰੀ ਨੂੰ ਬਿਹਾਈਂਡ ਦਾ ਸੀਨ, ਬਿਹਾਈਂਡ ਦਾ ਕਰਟਨ, ਤੇ ਤੁਸੀਂ ਜਾ ਕੇ ਮਾਫੀਆਂ ਮੰਗ ਲਓ, ਤੁਹਾਨੂੰ ਮਾਫ ਕਰ ਦਿੰਦਾ ਸੀਗਾ। ਜੇ ਤੁਹਾਡੇ 'ਚ ਉਹ ਇਨਕਲਕੇਸ਼ਨ ਹੋ ਜੇ ਵੈਲਿਊਜ਼ ਦੀ, ਵੀ ਮੈਂ ਤਾਂ ਮਾਫ ਹੋ ਜਾਣਾ, ਹਾਂਜੀ ਹਾਂਜੀ, ਠੀਕ ਨਹੀਂ, ਫਿਰ ਤੁਸੀਂ ਕ੍ਰਾਈਮ ਕਰੋਗੇ। ਠੀਕ ਹੈ ਨਾ। ਸਿਮਿਲਰਲੀ, ਜੇ ਤੁਹਾਨੂੰ ਇਹ ਹੋ ਜਾਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ ਜਾ ਕੇ ਜੇ ਮੈਂ ਕੁਛ ਕਰਕੇ ਅਰਦਾਸ ਕਰਾ ਕੇ ਜਾਂ ਉੱਥੇ ਜਾ ਕੇ ਮੰਗ ਲਾਂ ਵੀ ਮੇਰੇ ਜਿਹੜੀ ਕੋਈ ਮੈਂ ਗਲਤੀ ਕਰਦਾ ਉਹਨੂੰ ਮਾਫ ਕਰ ਦਿਓ, ਫਿਰ ਤੁਸੀਂ ਗਲਤੀਆਂ ਕਰੋਗੇ। ਬਿਲਕੁਲ ਬਿਲਕੁਲ। ਫਿਰ ਜਿਹੜੀ ਹੋਰ ਚੀਜ਼ ਇੱਕ ਹੈਗੀ ਆਪਣੇ ਸਮਾਜ ਵਿੱਚ, ਵੀ ਜਿੱਦਾਂ ਤੁਸੀਂ ਕਈ ਵਾਰੀ ਗੱਲ ਕਰਦੇ ਹੁੰਦੇ ਹੋ ਕਰਮਾਂ ਦੀ। ਹਾਂਜੀ ਹਾਂਜੀ। ਅਸੀਂ ਪੁਰਾਣੇ ਕਰਮਾਂ 'ਚ ਕੁਛ ਪੁਰਾਣੀ ਪ੍ਰੀਵੀਅਸ ਲਾਈਫ ਵਿੱਚ, ਜਿਹੜੀ ਤੁਸੀਂ ਬਿਲੀਵ ਕਰੋ ਨਾ ਕਰੋ, ਪ੍ਰੀਵੀਅਸ ਲਾਈਫ 'ਚ ਮੈਂ ਇਹ ਤੂੰ ਕੋਈ ਮਾੜੇ ਕਰਮ ਕੀਤੇ ਹੋਣਗੇ, ਚੰਗੇ ਕਰਮ ਕੀਤੇ ਹੋਣਗੇ, ਸੋ ਯੂ ਆਰ whatever you are because of those ਕਰਮ, and whatever you will be, ਵੀ ਹੁਣ ਤੁਸੀਂ ਇਸ ਜ਼ਿੰਦਗੀ 'ਚ ਕਿਹੜੇ ਕਰਮ ਕਰਨੇ ਨੇ। ਠੀਕ ਨਹੀਂ। ਜੇ ਤੁਸੀਂ ਸਾਰੀ ਜ਼ਿੰਦਗੀ ਹੇਰਾ ਫੇਰੀਓ ਕਰੀ ਗਏ, ਠੀਕ ਨਹੀਂ, ਸਾਰੀ ਜ਼ਿੰਦਗੀ ਸੈਲਫਿਸ਼ ਮੋਟੋ ਹੈਗਾ ਤੁਹਾਡਾ, ਸਾਰੀ ਜ਼ਿੰਦਗੀ ਤੁਸੀਂ ਦੂਸਰੇ ਦੇ ਬਾਰੇ ਸੋਚਣਾ ਨਹੀਂ ਹੈਗਾ, ਤੇ ਫਿਰ ਤੁਸੀਂ ਨੈਕਸਟ ਲਾਈਫ 'ਚ ਕਿੱਦਾਂ, ਮਨ ਦਾ ਸੋਚਣ ਦਾ ਤਰੀਕਾ ਹੀ ਨਹੀਂ ਹੈਗਾ, ਬਿਕੋਜ਼ ਦੇयर इज नो ਅਦਰ ਵੇ ਦੇ ਕੈਨ ਸੀ। ਜਦੋਂ ਫਿਰ ਆਪਾਂ ਬਾਹਰ ਨਿਕਲਦੇ ਆ, so we see people, we see different education systems, we see different societies, we see different value systems, ਉਸ ਦੇ ਨਾਲ ਆਪਾਂ ਮੋਡੀਫਾਈ ਹੁੰਦੇ ਆ, ਠੀਕ ਨਹੀਂ, ਐਂਡ ਵੀ ਸਟਾਰਟ ਅਡੋਪਟਿੰਗ। ਮਗਰ ਜੇ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਆ ਵੀ 50-50 ਸਾਲ ਸਾਨੂੰ ਰਹਿੰਦਿਆਂ ਨੂੰ ਹੋ ਗਏ, ਅਸੀਂ ਹਰਕਤਾਂ ਉਹੀ ਕਰੀਏ ਬਿਲਕੁਲ ਜਿਹੜੀਆਂ ਕਿ ਅਸੀਂ 50 ਸਾਲ ਪਹਿਲਾਂ ਲੈ ਕੇ ਆਏ ਸੀ, ਸਾਡੇ ਪੇਰੈਂਟਸ ਲੈ ਕੇ ਆਏ ਸੀ, ਸਾਡੇ ਜਿਹੜੇ ਥਿੰਕਿੰਗ ਪ੍ਰੋਸੈਸ ਉਹੀ ਹੋਵੇ। ਫੋਰ ਐਗਜ਼ਾਮਪਲ, ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਕਿ ਹਾਊ ਡੂ ਯੂ ਡਿਵੈਲਪ ਯੋਰ ਚਿਲਡਰਨ, ਐਂਡ ਜਿਹੜੀ ਡਿਵੈਲਪਮੈਂਟ ਆਫ ਦੀ ਚਿਲਡਰਨ ਆ, ਇਟਸ ਨੋਟ ਜਿਹੜੀ ਤੁਸੀਂ ਇੰਡੀਆ ਇੱਕ ਆਪਣੇ ਪਿੰਡ 'ਚ ਜਾਂ ਪੰਜਾਬ ਦੇ ਇੱਕ ਪਿੰਡ 'ਚ ਜਾਂ ਸ਼ਹਿਰ 'ਚ ਵੀ ਡਿਵੈਲਪਮੈਂਟ ਕਰਦੇ ਸੀਗੇ, ਆਮ ਮੈਂ ਗੱਲ ਕਰਦਾ, ਹਾਂਜੀ ਹਾਂਜੀ, ਉਹ ਡਿਵੈਲਪਮੈਂਟ ਇੱਥੇ ਹੋ ਸਕਦਾ ਰੈਲੇਵੈਂਟ ਨਾ ਹੋਵੇ। ਐਬਸੋਲੂਟਲੀ, ਠੀਕ ਨਹੀਂ,
ਪਰ ਹਾਲੇ ਵੀ ਅੱਜ ਅਸੀਂ ਉਹੀ ਹਾਰਕ ਕਰੀ ਜਾ ਰਹੇ ਹਾਂ ਵੀ ਸਾਡੀ ਡਿਵੈਲਪਮੈਂਟ ਇਹ ਹੋਣੀ ਚਾਹੀਦੀ ਆ, ਠੀਕ ਨਹੀਂ। ਰਾਦਰ ਦੈਨ ਗਿਵ ਦੀ ਚਿਲਡਰਨ ਦੀ ਓਪਰਚੁਨਿਟੀ ਉਹ ਆਪਣੇ ਆਪ ਨੂੰ ਸੈਲਫ ਐਕਸਰਸਾਈਜ਼ ਕਰਨ, ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਲੈਣ, ਉਹਨਾਂ ਨੂੰ ਦੱਸਿਆ ਜਾਵੇ ਰਾਈਟ ਐਂਡ ਰੋਂਗ ਕੀ ਹੈ, ਉਹਨਾਂ ਨੂੰ ਜਿਹੜੇ ਉਹਨਾਂ ਦੀਆਂ ਹਰਕਤਾਂ ਨੇ, ਉਹਨਾਂ ਦੇ ਬਿਹੇਵੀਅਰ ਨੇ, ਉਹਨਾਂ ਤੇ ਸੈਲਫ ਰਿਫਲੈਕਸ਼ਨ ਹੋਵੇ, ਤੁਸੀਂ ਉਹਨਾਂ ਨੂੰ ਐਡਵਾਈਜ਼ ਐਂਡ ਸਪੋਰਟ ਕਰੋ ਰਾਦਰ ਦੈਨ ਡਿਕਟੇਟ ਕਰੋ, ਠੀਕ ਨਹੀਂ। ਸੋ ਆਲ ਥੀਸ ਸੌਰਟ ਆਫ ਇਸ਼ੂਜ਼ ਹੈਗੀਆਂ ਨੇ ਐਂਡ ਦ ਥਿੰਗ ਇਜ਼ ਨੋ ਕਿਸੇ ਕੋਲ ਪੈਨੈਂਸੀਆ ਨਹੀਂ ਹੈਗਾ ਵੀ ਦਿਸ ਇਜ਼ ਦ ਬੈਸਟ ਵੇ, ਬਿਲਕੁਲ। ਬਟ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਤੁਸੀਂ ਆਪਣੀ ਹਾਲਤ ਦੇ ਮੁਤਾਬਕ ਜਿੰਨਾ ਤੁਸੀਂ ਸੋਚਦੇ ਹੋ, ਤੁਹਾਡੀ ਸੋਚ ਹੈਗੀ ਆ, ਉਸ ਸੋਚ ਦੇ ਮੁਤਾਬਕ ਤੁਸੀਂ ਕਰੋ। ਮਗਰ ਜੇ ਤੁਸੀਂ ਪਿੱਛੇ ਨੂੰ ਡਰੈਗ ਕਰਦੇ ਰਹੋਗੇ ਤੁਹਾਡੇ ਬੱਚੇ ਵੀ ਉੱਥੇ ਡਰੈਗ ਕਰਨਗੇ ਐਂਡ ਦੇ ਵਿਲ ਨਾਟ ਫਿਟ ਇਨਟੂ ਦ ਸੋਸਾਇਟੀ ਯੂ ਆਰ ਲਿਵਿੰਗ ਇਨ। ਬਿਲਕੁਲ 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 ਵੈਰੀ ਟਰੂ ਵੈਰੀ ਟਰੂ। ਓਕੇ ਥੈਂਕ ਯੂ ਥੈਂਕ ਯੂ। ਇਹ ਤਾਂ ਸੀ ਜੀ ਅਵਤਾਰ ਮੰਗਟ ਹੋਣੀ ਜਿਹੜੇ ਕਿ ਬਰਮਿੰਘਮ ਤੋਂ, ਜਿਨ੍ਹਾਂ ਨੇ ਕੰਟਰੀਬਿਊਸ਼ਨ ਪਾਈ ਹੈਗੀ ਆ, ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ। ਜਿਹੜਾ ਸਾਡਾ ਕੌਨਫਲਿਕਟ ਹੈਗਾ ਦੋਨਾਂ ਕਲਚਰਸ ਦਾ ਅਤੇ ਦ ਵੇ ਵੀ ਹੈਵ ਬੀਨ ਬਰੋਟ ਅਪ, ਜਿਸ ਹਿਸਾਬ ਨਾਲ ਅਸੀਂ ਉੱਥੇ ਆਪਣੇ ਮੁਲਕਾਂ 'ਚ ਬਰੋਟ ਅਪ ਹੋਏ ਸੀਗੇ, ਜਾਂ ਜਾਣੀ ਕਿਹੜਾ ਹੈਗਾ ਅਸੀਂ ਦੇਖਿਆ ਕਿ ਸਾਨੂੰ ਮਾਂ ਬਾਪ ਨੇ ਕਿੱਦਾਂ ਬਰੋਟ ਅਪ ਕੀਤਾ, ਅਸੀਂ ਉਹੀ ਟਰਮਸ ਐਂਡ ਕੰਡੀਸ਼ਨਸ ਅਤੇ ਉਹੀ ਵੈਲਿਊ ਸਿਸਟਮ ਕਈ ਵਾਰੀ ਬੱਚਿਆਂ 'ਤੇ ਜਿਹੜਾ ਹੈਗਾ ਠੋਸਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਇਸ ਮੁਲਕ ਵਿੱਚ ਜਿਹੜਾ ਵੇ ਆਫ ਥਿੰਕਿੰਗ ਹੈਗਾ ਉਹ ਟੋਟਲੀ ਡਿਫਰੈਂਟ ਹੈਗਾ। ਅਤੇ ਇਸੇ ਕਰਕੇ ਸ਼ਾਇਦ ਇਹਨਾਂ ਨੇ ਵੈਲਫੇਅਰ ਸਟੇਟ ਇਸ ਮੁਲਕ ਵਿੱਚ ਕ੍ਰੀਏਟ ਕੀਤੀ ਹੈਗੀ, ਜਿਹੜੀ ਕਿ ਸਾਡੇ ਆਪਣੇ ਮੁਲਕ ਵਿੱਚ ਵੈਲਫੇਅਰ ਸਟੇਟ ਨਹੀਂ ਕ੍ਰੀਏਟ ਕੀਤੀ। ਮੈਂ ਸਮਝਦਾ ਵੀ ਇਹ ਬਹੁਤ ਹੀ ਇੱਕ ਸੈਲਫਿਸ਼ਨੈਸ ਤੋਂ ਉੱਪਰ ਉੱਠ ਕੇ ਬਹੁਤ ਵੱਡੀ ਗੱਲ ਹੈਗੀ ਆ, ਜਿਹੜੀ ਕਿ ਇੱਕ ਵੈਲਫੇਅਰ ਸਟੇਟ ਕਾਰਨ ਜਿੱਥੇ ਜਿਹੜਾ ਹੈਗਾ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ। ਸਾਡੀ NHS ਟੋਟਲੀ ਨੈਸ਼ਨਲ ਹੈਲਥ ਸਰਵਿਸ ਟੋਟਲੀ ਸਾਨੂੰ ਫ੍ਰੀ ਹੈਗੀ ਆ, ਸਾਨੂੰ ਬਹੁਤ ਸਾਰੇ ਬੈਨੀਫਿਟਸ ਮਿਲਦੇ ਆ, ਬੱਚਿਆਂ ਦੇ ਬੈਨੀਫਿਟਸ ਮਿਲਦੇ ਹੈਗੇ, ਸਿਕਨੈਸ ਦੇ ਬੈਨੀਫਿਟ ਮਿਲਦੇ ਆ, ਡਿਸੇਬਿਲਿਟੀ ਦੇ ਬੈਨੀਫਿਟ ਮਿਲਦੇ ਹੈਗੇ ਆ। ਯਾਨੀ ਕਿ ਜਾਂ ਜਿਹੜਾ ਸਿਸਟਮ ਹੈਗਾ ਇੱਥੇ ਦਾ ਬਹੁਤ ਹੀ ਸਾਫ਼ ਸੁਥਰਾ ਹੈਗਾ ਕੰਪੇਅਰ ਟੂ ਆਪਣੇ ਮੁਲਕਾਂ ਦੇ, ਕਿਉਂਕਿ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਇੱਥੇ ਕੰਮ ਕੀਤਾ ਹੈਗਾ। ਇਹਨਾਂ ਨੇ ਬਹੁਤ ਵੱਡੇ ਸਾਇੰਸਦਾਨ ਵੀ ਪੈਦਾ ਕੀਤੇ ਹੈਗੇ, ਜਿਹੜੇ ਕਿ ਬਹੁਤ ਹੀ ਵੱਡੀ ਕੰਟਰੀਬਿਊਸ਼ਨ ਪਾ ਰਹੇ ਹੈਗੇ। ਵੀ ਤੁਸੀਂ ਸੈਲਫਿਸ਼ਨੈਸ ਤੋਂ ਉੱਪਰ ਉੱਠ ਕੇ ਲੋਕਾਂ ਦਾ ਲਕਾਈ ਦਾ ਕਿਹੜਾ ਭਲਾ ਕਿੱਦਾਂ ਅਸੀਂ ਕਰ ਸਕਦੇ ਹਾਂ। ਹਜੇ ਵੀ ਸਾਡੇ ਤੋਂ 15 ਮਿੰਟ ਯਾਨੀ ਕਿ ਬਾਕੀ ਹੈ, ਤੁਸੀਂ ਵੀ ਟੈਲੀਫੋਨ ਕਾਲਸ ਕਰਕੇ ਜਿਹੜੀ ਹੈਗੀ ਆਪਣੀ ਕੰਟਰੀਬਿਊਸ਼ਨ ਪਾ ਸਕਦੇ ਆ ਅਤੇ ਸੰਵਾਦ ਯਾਨੀ ਕਿ ਰਚਾ ਸਕਦੇ ਸਾਡੇ ਨਾਲ। ਜੇ ਤੁਸੀਂ ਬਰਤਾਨੀਆ ਵਿੱਚੋਂ ਟੈਲੀਫੋਨ ਕਰ ਰਹੇ ਤਾਂ ਫਿਰ ਸਾਡਾ ਨੰਬਰ ਹੈਗਾ 0121502430 ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੋ ਤਾਂ ਫਿਰ ਤੁਹਾਨੂੰ 004421502430 ਨੰਬਰ ਘੁਮਾਉਣਾ ਪਊਗਾ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਜਦੋਂ ਸਾਇੰਸਦਾਨਾਂ ਦੀ ਆਪਾਂ ਗੱਲ ਕਰਦੇ ਹੈਗੇ ਆ, ਉਹਨਾਂ ਨੇ ਪਤਾ ਨਹੀਂ ਕਿੰਨੀਆਂ ਰਾਤਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ, ਨਮਸਤੇ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਜੀ ਮੈਂ ਉਸ਼ਾ ਬੋਲਦੀ ਹਾਂ। ਜਿਹੜਾ ਤੁਸੀਂ ਅੱਜ ਦਾ ਟੌਪਿਕ ਰੱਖਿਆ ਕਿ ਵੀ ਜਿਹੜੇ ਲੋਕ ਇੱਕ ਦੂਸਰੇ ਨਾਲ ਵਿਦਆਊਟ ਕਿਸੇ ਬੈਨੀਫਿਟ ਤੋਂ ਨਹੀਂ ਮੁੱਦਾ ਉਸ਼ਾ ਜੀ ਅੱਜ ਇਹ ਹੈਗਾ ਵੀ ਅਸੀਂ ਸੈਲਫਿਸ਼ਨੈਸ ਬਾਰੇ ਹੈ, ਖੁਦਗਰਜ਼ੀ ਬਾਰੇ। ਓਕੇ ਹਾਂਜੀ ਹਾਂਜੀ ਓਕੇ। ਖੁਦਗਰਜ਼ੀ ਅਗਰ ਜੇ ਆਪਾਂ ਫਿਰ ਦੇਖਣ ਲੱਗੀਏ ਤਾਂ ਖੁਦਗਰਜ਼ੀ ਆਪਣੇ, ਮੈਨੂੰ ਲੱਗਦਾ ਆਪਣੇ ਹਰ ਇੱਕ ਘਰਾਂ ਦੇ ਵਿੱਚੋਂ ਸਟਾਰਟ ਹੋ ਰਹੀ ਆ। ਹਾਂਜੀ। ਪਹਿਲੇ ਤਾਂ ਕਿਉਂਕਿ ਲੜਕੇ ਦੇ ਨਾਲ ਖੁਦਗਰਜ਼ੀ ਕੀਤੀ ਜਾਂਦੀ ਆ, ਫਰਕ ਕੀਤਾ ਜਾਂਦਾ ਜਾਨੀ ਕਿ ਮੁੰਡਿਆਂ ਤੇ ਲੜਕੀਆਂ ਦੇ ਵਿੱਚ, ਨੂੰਹਾਂ ਦੇ ਵਿੱਚ ਤਾਂ ਆਪਣੀਆਂ ਲੜਕੀਆਂ ਦੇ ਵਿੱਚ। ਔਰ ਦੂਸਰਾ ਫਿਰ ਜਦੋਂ ਆਪਾਂ ਨਾ ਉਹ ਤਾਂ ਉਸ਼ਾ ਜੀ ਆਪਾਂ ਵਿਤਕਰੇ ਦੀ ਨਹੀਂ ਗੱਲ ਕਰ ਰਹੇ, ਖੁਦਗਰਜ਼ੀ ਦੀ ਗੱਲ ਕਰ ਰਹੇ ਅਸੀਂ। ਸੈਲਫਿਸ਼ ਖੁਦਗਰਜ਼ੀ ਹੋ ਗਈ ਨਾ, ਉਹਨੂੰ ਵੀ ਅਗਰ ਜੇ ਦੂਸਰੇ ਪਾਸੇ ਨਾਲ ਦੇਖੀਏ ਤਾਂ ਉਹ ਵੀ ਸਾਡੀ ਖੁਦਗਰਜ਼ੀ ਆ, ਕਿਉਂਕਿ ਅਸੀਂ ਕਿਉਂ ਨਹੀਂ ਦੇਖਦੇ ਕਿ ਹਾਂ ਅਸੀਂ ਉਹਨਾਂ ਨੂੰ ਵੀ ਓਨਾ ਹੀ ਅਸੀਂ ਸਮਝੀਏ ਜਿੰਨਾ ਉਹਨਾਂ ਨੂੰ ਸਮਝਦੇ ਆ। ਦੂਸਰਾ ਫਿਰ ਤੁਸੀਂ ਅਗਰ ਜੇ ਆਪਣੇ ਬੱਚਿਆਂ ਨੂੰ ਆਪ ਨਹੀਂ ਕਿਸੇ ਦਾ ਭਲਾ ਕਰੋਗੇ ਵਿਦਆਊਟ ਬੈਨੀਫਿਟ ਤਾਂ ਤੁਹਾਡੇ ਬੱਚੇ ਵੀ ਨਹੀਂ ਕਰਨਗੇ, ਅਗਰ ਤੁਸੀਂ ਕਰੋਗੇ ਤਾਂ ਤੁਹਾਡੇ ਬੱਚੇ ਵੀ ਕਰਨਗੇ। ਹਾਂਜੀ। ਤੇ ਇਹ ਵੀ ਜਿਹੜੇ ਅਸੀਂ ਕਹਿੰਦੇ ਸਾਡੇ ਬੱਚੇ ਨਹੀਂ ਕਰਦੇ, ਬੱਚੇ ਤਾਂ ਹੀ ਨਹੀਂ ਕਰਦੇ ਕਿਉਂਕਿ ਆਮ ਦੇਖਣ ਦੇ ਵਿੱਚ ਆਉਂਦਾ ਆ ਕਿ ਆਮ ਹੀ ਜਦੋਂ ਆਪਾਂ ਕਿਸੇ ਦਾ ਕਮਿਊਨਿਟੀ ਦੇ ਵਿੱਚ ਆਪਣੇ ਬੋਲਣ ਚੱਲਣ ਵਾਲਿਆਂ ਦੇ ਵਿੱਚ ਜਾਂ ਕਮਿਊਨਿਟੀ ਦੇ ਵਿੱਚ ਕਿਸੇ ਨੂੰ ਮਦਦ ਦੀ ਜ਼ਰੂਰਤ ਹੁੰਦੀ ਆ, ਅਸੀਂ ਪਹਿਲਾਂ ਦੇਖਦੇ ਹਾਂ ਕਿ ਇਹਦੇ ਕੋਲੋਂ ਬੈਨੀਫਿਟ ਕੀ ਹੋਣਾ ਸਾਨੂੰ, ਅਗਰ ਜੇ ਅਸੀਂ ਇਹਦੇ ਆਖੇ ਲੱਗੇ ਤਾਂ ਜਾਂ ਇਹਦਾ ਕੁਛ ਠੀਕ ਕੀਤਾ ਤਾਂ। ਤੇ ਉਹ ਫਿਰ ਤੁਹਾਡੇ ਬੱਚੇ ਤਾਂ ਦੇਖਦੇ ਹੀ ਆ ਨਾ ਮਾਂ ਬਾਪ ਸਾਡੇ ਕਿੱਦਾਂ ਕਰਦੇ ਨੇ, ਤਾਂ ਬੱਚੇ ਵੀ ਫਿਰ ਉਦਾਂ ਦੇ ਬਣ ਜਾਂਦੇ। ਜਿਨ੍ਹਾਂ ਦੇ ਮਾਂ ਬਾਪ ਵਿਦਆਊਟ ਬੈਨੀਫਿਟ ਕਿਸੇ ਦਾ ਕੁਛ ਕਰਦੇ ਆ, ਉਹਨਾਂ ਦੇ ਬੱਚੇ ਆਟੋਮੈਟਿਕਲੀ ਮੈਂ ਦੇਖਿਆ ਕਿ ਵੀ ਉਹ ਦੂਸਰੇ ਦਾ ਸੋਚਣਗੇ, ਉਹ ਕਦੀ ਏਦਾਂ ਨਹੀਂ ਸੋਚਣਗੇ ਕਿ ਵੀ ਮੈਨੂੰ ਇਹਦੇ ਤੋਂ ਕੀ ਮਿਲੇਗਾ, ਇਹਦੇ ਪਿੱਛੇ ਅਗਰ ਜੇ ਮੈਂ ਇਹਨਾਂ ਦੀ ਮਦਦ ਕਰਾਂਗਾ ਤਾਂ। ਉਹ ਇਹ
ਜ਼ਰੂਰੀ ਹੈ ਸਾਡੇ ਘਰਾਂ ਤੋਂ ਸਾਨੂੰ ਸਿਖਾਉਣਾ ਚਾਹੀਦਾ ਆ। ਔਰ ਅਡਾਪਸ਼ਨ ਦੇ ਲਈ ਵੀ ਮੈਂ ਕਹੂੰਗੀ ਕਿ ਇਹ ਵੀ ਖੁਦਗਰਜੀ ਆ, ਕਿਉਂਕਿ ਜਦੋਂ ਆਪਣੇ ਲੋਕਾਂ ਦੇ ਵਿੱਚ ਹੈਗਾ ਆ ਵੀ ਅਗਰ ਕਿਸੇ ਬੱਚੇ ਨੂੰ ਅਡਾਪਟ ਕਰਦੇ ਨੇ ਉਹ ਵੀ ਆਪਣੇ ਰਿਸ਼ਤੇਦਾਰਾਂ ਚੋਂ ਹੀ ਕਰਦੇ ਨੇ, ਬਾਹਰਲਾ ਦੇ ਕਿਸੇ ਬੱਚੇ ਨੂੰ ਅਡਾਪਟ ਨਹੀਂ ਕਰਦੇ। ਉਹ ਕਿਉਂ ਨਹੀਂ ਕਰਦੇ ਵੀ ਸਾਡਾ ਜਿਹੜਾ ਜੋ ਕੁਝ ਵੀ ਆ ਪ੍ਰਾਪਰਟੀ ਪੈਸਾ ਕਿਸੇ ਦੂਸਰੇ ਦੇ ਕੋਲ ਨਾ ਚਲਾ ਜਾਵੇ। ਬਿਲਕੁਲ ਇਹ ਵੀ ਖੁਦਗਰਜੀ ਆ। ਫਿਰ ਅਗਰ ਜੇ ਚੈਰਿਟੀ ਅਸੀਂ ਕਰਦੇ ਆ, ਇਹ ਬੜੀ ਮਤਲਬ ਇੰਪੋਰਟੈਂਟ ਹੈਗੀ ਇਹ ਚੀਜ਼ ਦੱਸਣ ਲਈ, ਕਿਉਂਕਿ ਆਮ ਹੀ ਤੁਸੀਂ ਦੇਖਦੇ ਹੋਵੋਗੇ ਜਦੋਂ ਚੈਰਿਟੀ ਵੀ ਅਸੀਂ ਲੋਕ ਕਰਦੇ ਏਸ਼ੀਅਨ, ਅਸੀਂ ਪਹਿਲਾਂ ਦੇਖਦੇ ਹਾਂ ਕਿ ਵੀ ਹਾਂ ਇਹਦੇ ਵਿੱਚੋਂ ਇਸ ਔਰਤ ਦਾ ਜਾਂ ਮਰਦ ਦਾ ਜਾਂ ਫੈਮਿਲੀ ਦਾ ਕਿਸੇ ਦਾ ਅਸੀਂ ਕੁਝ ਠੀਕ ਕਰਨਾ, ਪੈਸਾ ਦੇਣਾ ਜਾਂ ਉਹਨਾਂ ਨੂੰ ਕੋਈ ਦਵਾਈ ਦੇਣੀ ਜਾਂ ਕੁਝ ਵੀ ਕਿਸੇ ਤਰੀਕੇ ਨਾਲ ਦੀ ਵੀ ਚੈਰਿਟੀ ਅਸੀਂ ਕਰਦੇ ਹਾਂ ਤਾਂ ਅਸੀਂ ਪਹਿਲਾਂ ਕਹਿੰਦੇ ਹਾਂ ਨਹੀਂ ਤੂੰ ਇਸ ਰਿਲੀਜਨ ਦੇ ਵਿੱਚ ਆ ਜਾ। ਬਿਲਕੁਲ ਬਿਲਕੁਲ ਇਹ ਵੀ ਤੇ ਇੱਕ ਬੈਡ ਗੱਲ ਆ ਕੋਈ ਵੀ ਜਿਹੜਾ ਵੀ ਇਨਸਾਨ ਕਰਦਾ। ਜੇ ਤੁਸੀਂ ਚੈਰਿਟੀ ਕਰ ਰਹੇ ਹੋ ਤਾਂ ਚੈਰਿਟੀ ਤੁਸੀਂ ਏਦਾਂ ਕਹਿ ਕੇ ਕਿਉਂ ਕਰਦੇ ਹੋ? ਉਹਦੇ ਪਿੱਛੇ ਤਾਂ ਤੁਹਾਡਾ ਮੋਟੋ ਆ ਫਿਰ, ਕਿਉਂਕਿ ਚੈਰਿਟੀ ਦੇ ਵਿੱਚ ਦੂਸਰਾ ਤੁਸੀਂ ਕੁਝ ਲੋਕ ਏਦਾਂ ਦੇ ਵੀ ਆ ਕਿ ਆਪਣਿਆਂ ਨੂੰ ਹੀ ਚੱਕਦੇ ਦੂਸਰੇ ਨੂੰ ਦੇਖਦੇ ਹੈਗੇ ਵੀ ਜਿੱਦਾਂ ਫਰਕ ਨਹੀਂ ਕਰਦੇ ਇੱਕ ਦੂਸਰੇ ਦੇ ਨਾਲ। ਬਹੁਤ ਕਰਦੇ ਜੀ, ਕਰਦੇ ਹਾਂਜੀ, ਉਹ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਡੇ ਕਮਿਊਨਿਟੀ ਨੂੰ ਡੈਮੇਜ ਕਰ ਰਹੀਆਂ। ਇਸੇ ਕਰਕੇ ਆਪਾਂ ਡੈਮੇਜ ਹੋ ਰਹੇ ਆ ਸਾਰੇ, ਭਾਵੇਂ ਅਸੀਂ ਬਾਹਰ ਆਏ ਹੋਏ ਆ ਪਰ ਲੇਕਿਨ ਸਾਡੇ ਖਿਆਲਾਤ ਨਹੀਂ ਬਦਲੇ ਹੈਗੇ। ਜਾਂ ਫਿਰ ਬੱਚੇ ਨੂੰ ਅਸੀਂ ਕਹਿੰਦੇ ਆ ਜੇ ਤੁਸੀਂ ਬਹੁਤ ਸ਼ੇਰ ਹੋ, ਬਹਾਦਰ ਹੋ ਜਾਂ ਜੋ ਵੀ ਕਹਿ ਕੇ ਅਸੀਂ ਆਪਣੇ ਬੱਚੇ ਨੂੰ ਇੱਕ ਕਿਸਮ ਦਾ ਅਸੀਂ ਆਪਣੇ ਬੱਚੇ ਨੂੰ ਰੋਂਗ ਪਾਸੇ ਲਿਜਾ ਰਹੇ ਆ। ਬਿਲਕੁਲ ਉਹ ਕਿਵੇਂ ਕਿਸੇ ਦਾ ਭਲਾ ਕਰ ਦੇਣਗੇ ਕਿਉਂਕਿ ਉਹਨਾਂ 'ਚ ਹੰਕਾਰ ਅਸੀਂ ਭਰ ਦਿੱਤਾ ਪਹਿਲੇ ਹੀ। ਕਿਵੇਂ ਕਿਸੇ ਦਾ ਭਲਾ ਸੋਚਣਗੇ, ਕਿਵੇਂ ਉਹ ਕਿਸੇ ਦੇ ਨਾਲ ਹਮਦਰਦ ਬਣਨਗੇ। ਇਹ ਚੀਜ਼ਾਂ ਬਹੁਤ ਸਾਰੀਆਂ ਆ, ਮੈਂ ਤਾਂ ਥੋੜ੍ਹੀਆਂ ਜਿਹੀਆਂ ਚ ਫਿਨਿਸ਼ ਕਰਦੀ ਹਾਂ, ਦੱਸਣ ਨੂੰ ਤਾਂ ਬਹੁਤ ਸਾਰੀਆਂ ਹੈਗੀਆਂ ਨੇ। ਤਾਂ ਇਹ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਵੀ ਆਪਾਂ ਜੇ ਧਿਆਨ ਰੱਖੀਏ ਤਾਂ ਸਾਡੇ ਬੱਚੇ ਮੈਂ ਕਹਿੰਦੀ ਆਟੋਮੈਟਿਕਲੀ ਸਹੀ ਰਸਤੇ ਤੇ ਆ ਸਕਦੇ ਆ। ਸਹੀ ਰਸਤੇ ਤਦ ਹੀ ਨਹੀਂ ਆਉਂਦੇ ਕਿਉਂਕਿ ਅਸੀਂ ਖੁਦ ਹੀ ਪਹਿਲਾਂ ਖਰਾਬ ਆ। ਅਸੀਂ ਆਪ ਚੰਗੇ ਹੋ ਜਾਈਏ ਤਾਂ ਸਾਡੇ ਬੱਚਿਆਂ ਨੇ ਆਪਣੇ ਆਪ ਹੀ ਚੰਗੇ ਹੋ ਜਾਣਾ। ਓਕੇ ਊਸ਼ਾ ਜੀ। ਓਕੇ ਥੈਂਕ ਯੂ ਜੀ। ਓਕੇ ਇਹ ਤਾਂ ਸੀ ਜੀ ਊਸ਼ਾ ਹੋਣੀ ਲੰਡਨ ਤੋਂ ਜਿਨ੍ਹਾਂ ਨੇ ਟੈਲੀਫੋਨ ਸੇ ਕੀਤਾ, ਬੜੀਆਂ ਕੰਮ ਦੀਆਂ ਗੱਲਾਂ ਕਰਕੇ ਗਏ ਹੈਗੇ ਆ। ਇਹ ਗੱਲ ਬਿਲਕੁਲ ਸੱਚ ਹੈਗੀ ਆ ਕਿ ਅਸੀਂ ਬਹੁਤ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਸੈਲਫਿਸ਼ ਹੈਗੇ ਆ। ਅਸੀਂ ਸਿਰਫ ਆਪਣਾ ਸੋਚਦੇ ਹੈਗੇ ਆ, ਉਸ ਦਾਇਰੇ ਤੋਂ ਬਾਹਰ ਨਿਕਲ ਕੇ ਅਸੀਂ ਨਹੀਂ ਸੋਚਦੇ। ਜਦੋਂ ਕਿ ਇਹਨਾਂ ਮੁਲਕਾਂ ਵਿੱਚ ਤੁਸੀਂ ਦੇਖਿਆ ਹੈਗਾ ਵੀ ਵੈਲਫੇਅਰ ਸਟੇਟ ਜਿਹੜੀਆਂ ਕ੍ਰੀਏਟ ਕੀਤੀਆਂ ਹੈਗੀਆਂ ਇਹ ਜਾਣੀ ਕਿ ਸੈਲਫਿਸ਼ਨੈਸ ਤੋਂ ਬਾਹਰ ਨਿਕਲ ਕੇ ਦੀਆਂ ਗੱਲਾਂ ਹੈਗੀਆਂ। ਕਿਸੇ ਦਾ ਭਲਾ ਕਰਨਾ, ਅਸੀਂ ਗੱਲਾਂ ਤਾਂ ਬੜੀਆਂ ਕਰਦੇ ਹਾਂ ਗੁਰਦੁਆਰਿਆਂ ਮੰਦਰਾਂ ਮਸੀਤਾਂ ਵਿੱਚ ਜਾ ਕੇ ਅਤੇ ਹੋਰ ਧਾਰਮਿਕ ਸਥਾਨਾਂ 'ਤੇ, ਪਰ ਪ੍ਰੈਕਟਿਸ ਦੇ ਵਿੱਚ ਅਸੀਂ ਮੈਸਾਂ ਲਈ ਬਹੁਤ ਪਿੱਛੇ ਹੈਗੇ ਅਜੇ ਵੀ। ਸਾਨੂੰ ਇਹਦੇ ਵੱਲ ਜ਼ਰੂਰੀ ਖਿਆਲ ਰੱਖਣਾ ਚਾਹੀਦਾ ਹਾਲੇ ਵੀ ਅਸੀਂ ਕਿੰਨਾ ਕੁ ਜਾਣੀ ਕਿ ਲੋਕਾਂ ਦਾ ਭਲਾ ਕਰਦੇ ਹਾਂ। ਜਦੋਂ ਕੋਈ ਚੈਰਿਟੀਜ਼ ਦੀ ਵੀ ਗੱਲ ਕਰਦੇ ਹਾਂ ਜਿਹੜੀ ਕਿ ਊਸ਼ਾ ਨੇ ਗੱਲ ਕੀਤੀ ਹੈ ਤਾਂ ਅਸੀਂ ਸਿਰਫ ਕਹਿੰਦੇ ਹਾਂ ਨਹੀਂ ਜੀ ਹਾਂ ਜੀ ਇਹ ਸਿਰਫ ਉਸੇ ਧਰਮ ਨਾਲ, ਉਸੇ ਜਾਤ ਨਾਲ ਅਤੇ ਉਸੇ ਰੇਸ ਨਾਲ ਜਿਹੜੀ ਹੈਗੀ ਚੈਰਿਟੀ ਉਹ ਕੰਸਰਨਡ ਹੈ। ਜਦੋਂ ਕਿ ਇੱਥੇ ਜਿਹੜੀਆਂ ਚੈਰਿਟੀਜ਼ ਹੈਗੀਆਂ ਉਹ ਇਸ ਗੱਲ ਨਾਲ ਨਹੀਂ ਦੇਖਦੇ ਵੀ ਅਸੀਂ ਸਿਰਫ ਜਿਹੜੇ ਕ੍ਰਿਸਚਨਸ ਲੋਕ ਹੈਗੇ ਆ ਉਹਨਾਂ ਨੂੰ ਸਿਰਫ ਅਸੀਂ ਸਰਵ ਕਰਨਾ ਹੈਗਾ, ਚਾਹੇ ਉਹ ਮੈਂਟਲ ਹੈਲਥ ਦੀ ਮਾਈਂਡ ਹੈਗੀ ਆ, ਚਾਹੇ ਉਹ ਬੱਚਿਆਂ ਦੀ NSPCC ਹੈਗੀ ਆ, ਚਾਹੇ ਜਾਣੀ ਕਿ ਚਿਲਡਰਨ ਸੁਸਾਇਟੀ ਹੈਗੀ ਆ ਜਾਂ ਰੈੱਡ ਕ੍ਰਾਸ ਹੈਗੀ ਆ, ਯੂ ਜਸਟ ਨੇਮ ਇਟ। ਜਾਣੀ ਕਿ ਦੇਰ ਆਰ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਜਿਹੜੀਆਂ ਚੈਰਿਟੀਜ਼ ਹੈਗੀਆਂ ਉਹ ਸਾਰੇ ਲੋਕਾਂ ਦਾ ਭਲਾ ਕਰਨਾ ਚਾਹੁੰਦੀਆਂ, ਨਾ ਕਿ ਸਿਰਫ ਇੱਕੋ ਕਮਿਊਨਿਟੀ ਦਾ। ਇਸੇ ਤਰ੍ਹਾਂ ਹੀ ਜਿਹੜੇ ਸਾਇੰਸਦਾਨ ਹੈਗੇ ਆ ਉਹ ਵੀ ਜਦੋਂ ਕੋਈ ਕਿਸੇ ਚੀਜ਼ ਦੀ ਕਾਢ ਕੱਢਦੇ ਆ ਉਦੋਂ ਇਹ ਨਹੀਂ ਕਹਿੰਦੇ ਨੇ ਵੀ ਸਿਰਫ ਜੇ ਕਿਸੇ ਗੋਰੇ ਅੰਗਰੇਜ਼ ਨੇ ਕਾਢ ਕੱਢੀ ਲੈ ਸਿਰਫ ਇਹ ਗੋਰਿਆਂ ਨੂੰ ਜਾਣੀ ਕਿ ਉਹਦਾ ਫਾਇਦਾ ਹੋਵੇ। ਜਿਸ ਤਰ੍ਹਾਂ ਹੁਣ ਟੈਲੀਵਿਜ਼ਨ ਜਿਹੜੀ ਕਾਢ ਹੈਗੀ ਆ ਜਿਸ ਗੋਰੇ ਨੇ ਜਾਣੀ ਕਾਢ ਕੱਢੀ, ਇਹ ਨਹੀਂ ਲੈ ਵੀ ਸਿਰਫ ਟੈਲੀਵਿਜ਼ਨ ਜਿਹੜਾ ਹੈਗਾ ਗੋਰਿਆਂ ਲਈ ਚਾਹੀਦਾ ਹੈਗਾ। ਸਾਰੀ ਦੁਨੀਆ ਜਾਣੀ ਕਿ ਟੈਲੀਵਿਜ਼ਨ ਦੇਖਦੀ ਹੈ, ਜਾਣੀ ਕਿ ਜਾਂ ਟੈਲੀਫੋਨ ਵੀ ਜਿਹੜਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ। ਹਾਂਜੀ ਕਰੋ ਗੱਲ ਜੀ। ਕੀ ਹਾਲ ਚਾਲ? ਗਗਨ ਬੋਲ ਰਿਹਾ ਜੀ ਕੋਵੈਂਟਰੀ ਤੋਂ। ਅੱਛਾ ਜੀ, ਹਾਂਜੀ ਕੀ ਕਹਿਣਾ ਚਾਹੋਗੇ? ਤੇ ਅੱਜ ਦੀ ਗੱਲ ਤੇ ਤਾਂ ਮੈਂ ਇੰਨਾ ਕੀ ਕਹਿ ਸਕਦਾ ਕਿ ਹਰ ਚੀਜ਼ ਦਾ ਵਪਾਰੀਕਰਨ ਹੋ ਗਿਆ, ਉਹਦੇ ਨਾਲ ਰਿਸ਼ਤਿਆਂ ਦਾ ਵਪਾਰੀਕਰਨ ਹੋ ਗਿਆ। ਅੱਛਾ ਜੀ। ਬਿਲਕੁਲ ਨਾ, ਜਿਹੜਾ ਕਹਿੰਦੇ ਹੁੰਦੇ ਆ ਕਿ ਹਰ ਚੀਜ਼ ਨੂੰ ਵਪਾਰ ਦੀ ਨਿਗਾਹ ਨਾਲ, ਬਿਜ਼ਨਸ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ। ਜਦ ਤੱਕ ਇਹ ਸਾਡੇ ਦਿਮਾਗ 'ਚੋਂ ਗੱਲ ਨਿਕਲਦੀ ਨਹੀਂ ਤਦ ਤੱਕ ਪੂਰੀ ਦੁਨੀਆ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਅਸਲ 'ਚ ਹਰ ਇਨਸਾਨ ਆਪਣੇ ਫਾਇਦੇ ਨੂੰ ਦੇਖ ਕੇ ਫਿਰ ਅਗਾਂਹ ਪੈਰ ਪੱਟਦਾ। ਇਹ ਪ੍ਰੋਬਲਮ ਸਾਰੇ ਹੀ ਰਿਸ਼ਤਿਆਂ ਵਿੱਚ ਵੀ ਆ, ਸਾਰੇ ਰਿਸ਼ਤੇਦਾਰੀ ਵਿੱਚ ਵੀ ਆ, ਔਰ ਦੇਸ਼ਾਂ ਵਿੱਚ ਵੀ ਆ, ਸ਼ਹਿਰਾਂ ਵਿੱਚ ਵੀ ਆ। ਈਵਨ ਕਿ ਸਰਕਾਰਾਂ ਵੀ ਇਸ ਲਾਈਨ ਤੇ ਚੱਲ ਰਹੀਆਂ। ਉਹ ਮੈਂ ਤਾਂ ਸਿਰਫ ਇੱਕ ਦੋ ਗੱਲਾਂ ਜ਼ਰੂਰੀ ਕਹਿ ਦੇਵਾਂ ਕਿ ਕਹਿੰਦੇ ਉਹ ਟਾਈਮ ਵਧੀਆ ਸੀਗੇ ਜਦੋਂ ਘਰ ਕੱਚੇ ਤੇ ਪਿਆਰ ਸੱਚੇ ਹੁੰਦੇ ਸੀ। ਜਿੱਦਾਂ ਜਿੱਦਾਂ ਪੈਸਾ ਆਈ ਜਾਂਦਾ ਉਹਨਾਂ ਸਾਡਾ ਜਿਹੜੀ ਹੈ ਨਾ ਪਰਸਨਲ ਜਿਹੜੇ ਰਿਲੇਸ਼ਨ ਦਾ ਖਰਾਬ ਹੋਈ ਜਾਂਦੇ। ਬਸ ਥੈਂਕ ਯੂ। ਸਾਰੇ ਨਾਲ ਸੈਲਫਿਸ਼ ਹੋਈ ਜਾਂਦੇ।
ਠੀਕ ਹੈ ਠੀਕ ਹੈ। ਕੋਈ ਵੀ ਇੱਕ ਬੰਦਾ ਨਹੀਂ ਜਿਹੜਾ ਕਹਿ ਦੋਗੇ ਕਿ ਮੈਂ ਸੈਲਫਿਸ਼ ਨਹੀਂ ਹੈਗਾ। ਇਹ ਪ੍ਰੋਬਲਮ ਮੇਰੇ ਖਿਆਲ ਦੇ ਨਾਲ ਅੱਜ ਦਾ ਟੌਪਿਕ ਇਹ ਬਹੁਤ ਵਧੀਆ ਔਰ ਸਮਾਜ ਨੂੰ ਜਾਂ ਲੋਕਾਂ ਨੂੰ ਸਮਝਣ ਦੀ ਲੋੜ ਆ। ਓਕੇ ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਟੈਲੀਫੋਨ ਕਾਲ ਕੀਤਾ ਕਵੈਂਟਰੀ ਤੋਂ, ਫਿਰ ਵੀ ਫਿਊਚਰ ਵਿੱਚ ਵੀ ਟੈਲੀਫੋਨ ਕਾਲ ਕਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਮੇਰੇ ਇਹੋ ਜਿਹੇ ਸਬਜੈਕਟ ਹੁੰਦੇ ਹੈ ਜਿਹੜੇ ਕਿ ਤੁਹਾਡੇ ਨਾਲ ਮੇਰੇ ਨਾਲ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਆ, ਜਿਹੜੇ ਕਿ ਸਮਾਜਿਕ ਮਸਲਿਆਂ ਨਾਲ ਸੰਬੰਧਿਤ ਹੁੰਦੇ ਆ, ਜਿਹੜੇ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਦਰਪੇਸ਼ ਹੁੰਦੀਆਂ ਹੈਗੀਆਂ ਉਹਨਾਂ ਬਾਰੇ ਮੈਂ ਗੱਲ ਕਰਦਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ ਜੀ? ਵੈਲਕਮ ਜੀ। ਡਾਕਟਰ ਸਾਹਿਬ। ਹਾਂਜੀ, ਕੀ ਕਹਿਣਾ ਚਾਹੋਗੇ ਸੁਮਨ ਸਾਹਿਬ? ਇਹ ਆਪਾਂ ਅੱਜ ਗੱਲ ਕਰ ਰਹੇ ਹੈਗੇ ਆ ਸੈਲਫਿਸ਼ਨੈਸ ਬਾਰੇ, ਆਪਣੇ ਖੁਦਗਰਜ਼ੀ ਬਾਰੇ। ਖੁਦਗਰਜ਼ੀ? ਹਾਂਜੀ ਹਾਂਜੀ। ਇਹ ਸਭ ਤੋਂ ਵੱਡਾ ਜਾਨੀ ਰੋਗ ਹੈ। ਖੁਦਗਰਜ਼ੀ ਵਰਗਾ ਰੋਗ ਨਹੀਂ ਹੋਰ ਕੋਈ ਵੀ। ਖੁਦਗਰਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦ ਆਦਮੀ ਖੁਦਗਰਜ਼ ਹੋ ਜਾਂਦਾ ਨਾ ਤਾਂ ਫਿਰ ਦੂਸਰਿਆਂ ਦਾ ਨਹੀਂ ਸੋਚਦਾ। ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ। ਦੇਖੋ ਮੈਨੂੰ ਇੱਕ ਗੱਲ ਯਾਦ ਹੈ, ਬਹੁਤ ਪੁਰਾਣੀ ਗੱਲ ਹੈ, 40 ਸਾਲ ਦੇ ਉੱਪਰ ਦੀ ਗੱਲ ਹੈ। ਤੇ ਇੱਥੇ ਨਾ ਕੰਪਰੀਹੈਂਸਿਵ ਸਕੂਲ ਪਹਿਲਾਂ ਨਹੀਂ ਸੀ ਹੁੰਦੇ। ਹਾਂਜੀ ਹਾਂਜੀ। ਉਹ 40 ਸਾਲ ਬਾਅਦ ਵਿੱਚ ਉਹ ਸਕੂਲ ਹੋਇਆ, ਜਦ ਤੱਕ ਕੰਪਰੀਹੈਂਸਿਵ ਸਕੂਲ ਸ਼ੁਰੂ ਹੋਇਆ। ਤੇ ਐਕਸਟਰਾ ਇੱਕ ਮੀਟਿੰਗ ਸੀ, ਮੈਨੂੰ ਉਹਦਾ ਚਾਂਸ ਮਿਲਿਆ, ਉਹਦੇ ਵਿੱਚ ਸਕੂਲਾਂ ਦੇ ਹੈਡਮਾਸਟਰ ਵਗੈਰਾ ਪੜ੍ਹੇ ਲਿਖੇ ਉਹਦੇ ਵਿੱਚ ਸ਼ਾਮਲ ਹੋਏ। ਤੇ ਇੱਕ ਹੈਡਮਾਸਟਰ ਸੀ ਕਿ ਸਕੂਲ ਦੀ, ਉਹਦੀ ਗੱਲ ਮੈਨੂੰ ਬਹੁਤ ਅੱਛੀ ਲੱਗੀ। ਉਹ ਕਹਿੰਦੀ ਕਿ ਮੈਂ ਆਪਣੇ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੀ ਹਾਂ ਔਰ ਪੜ੍ਹਾਵਾਂਗੀ ਜਿੱਥੇ ਆਮ ਲੋਕਾਂ ਦੇ ਬੱਚੇ, ਆਮ ਸੁਸਾਇਟੀ ਦੇ ਬੱਚੇ ਪੜ੍ਹਦੇ ਹੋਣ, ਤਾਂ ਕਿ ਉਹ ਜਿਸ ਚੁਗਿਰਦੇ 'ਚ ਰਹਿਣਾ, ਜਿਹਨਾਂ ਲੋਕਾਂ ਨਾਲ ਜ਼ਿੰਦਗੀ 'ਚ ਉਹਨੇ ਗਰੋ ਅਪ ਹੋਣਾ, ਤਾਂ ਕਿ ਉਹਨਾਂ ਲੋਕਾਂ ਦਾ ਉਹਦੇ ਨਾਲ ਕੋਈ ਡਾਇਲੋਗ ਹੋਵੇ, ਸੰਬੰਧ ਹੋਵੇ ਔਰ ਉਹਨਾਂ ਨੂੰ ਪਤਾ ਹੋਵੇ। ਇਹ ਬਹੁਤ ਜ਼ਰੂਰੀ ਚੀਜ਼ ਆ। ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਬੱਚਿਆਂ 'ਚ ਪੜ੍ਹਾਓ ਜਿੱਥੇ ਆਮ ਪਬਲਿਕ ਪੜ੍ਹਦੀ ਹੋਵੇ, ਜਿੱਥੇ ਆਮ ਲੋਕ ਪੜ੍ਹਦੇ ਹੋਣ। ਅਗਰ ਤੁਸੀਂ ਉਹਨਾਂ ਨੂੰ ਸੈਗਰੀਗੇਟ ਸਕੂਲਾਂ 'ਚ ਪੜ੍ਹਾ ਲਿਆ ਤੇ ਉਹ ਬੱਚੇ ਦੀ ਸੋਚ ਜਿਹੜੀ ਆ ਉਹ ਸੈਗਰੀਗੇਟਡ ਹੀ ਤੁਰੀ ਜਾਏਗੀ। ਉਹ ਕਮਿਊਨਿਟੀ ਵਿੱਚ ਪੂਰੀ ਤਰ੍ਹਾਂ ਨਹੀਂ ਚੱਲ ਸਕੇਗਾ। ਮੇਰਾ ਆਪਣਾ ਵਿਚਾਰ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਕਲਚਰ ਨਾਲ ਜਾਓ ਜਾਂ ਆਪਣੀ ਜ਼ੁਬਾਨ ਨਾਲ ਜਾਓ। ਮੈਨੂੰ ਇੱਕ ਡਾਕਟਰ ਸਾਹਿਬ, ਤੁਹਾਡੇ ਨਾ ਇਲਾਕੇ ਦੇ ਵਿੱਚ ਤੁਸੀਂ ਸ਼ਾਇਦ ਕਿਤਾਬ ਪੜ੍ਹੀ ਹੋਣੀ ਆ, ਟੌਪ ਨੌਟ। ਹਾਂਜੀ ਪੜ੍ਹੀ ਕਿਤਾਬ ਤੁਸੀਂ? ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਟੌਪ ਨੌਟ ਮੁੰਡਾ, ਉਹ ਦੇਖੋ ਸਧਾਰਨ ਮਾਂ ਪਿਓ ਆ, ਪੇਂਡੂ, ਕੋਈ ਪੜ੍ਹਾਈ ਲਿਖਾਈ ਨਹੀਂ, ਬਾਪ ਵੀ ਬਿਮਾਰ ਹੈ, ਲੇਕਿਨ ਉਹ ਮੁੰਡਾ ਕਾਬਲ ਨਿਕਲਿਆ। ਇੱਕ ਬੱਚੇ ਦਾ ਕੋਈ ਕਾਬਲ ਬਣਨਾ ਉਹਦੇ ਆਪਣੇ ਵਿੱਚ ਵੀ ਕੋਈ ਚੀਜ਼ ਹੁੰਦੀ ਆ। ਹਾਂਜੀ ਹਾਂਜੀ ਹਾਂਜੀ। ਤੁਸੀਂ ਕਿਸੇ ਨੂੰ ਜ਼ਰੂਰੀ ਨਹੀਂ ਕਿ ਬਈ ਮਤਲਬ ਕਿ ਕਿਸੇ ਦੇ ਗੱਲ 'ਚ ਉਹਦਾ ਬ੍ਰੇਨ ਪਾ ਦਿਓ, ਜਿਹਨੂੰ ਉਹਦੀ ਐਬਿਲਿਟੀਜ਼ ਪਾ ਦਿਓ। ਬਿਲਕੁਲ। ਨੈਚੁਰਲ ਗਿਫਟ ਵੀ ਲੋਕਾਂ 'ਚ ਹੁੰਦੇ ਹੈਗੇ। ਹਾਂਜੀ ਹਾਂਜੀ ਹਾਂਜੀ। ਉਹ ਨੈਚੁਰਲ ਗਿਫਟ ਹੋਣ ਕਰਕੇ ਉਹ ਮੁੰਡਾ ਕੈਂਬਰਿਜ ਯੂਨੀਵਰਸਿਟੀ ਪੜ੍ਹਿਆ, ਇਸ ਵੇਲੇ ਟਾਈਮਸ ਦਾ ਉਹ ਰਿਪੋਰਟ ਰਿਹਾ, ਜਿਹਨੂੰ ਬ੍ਰੌਡਕਾਸਟ ਵੀ ਹੈਗਾ। ਉਹਨੇ ਇੱਕ ਕਿਤਾਬ ਲਿਖੀ, ਉਹਦੀ ਛੇਕੜ ਤੇ ਉਹਨੇ ਲਿਖਿਆ ਕਿ ਨਾ ਡਾਕਟਰ ਸਾਹਿਬ, ਰਾਈਟ ਔਨ ਦ ਲਾਸਟ ਐਂਡ, ਉਹ ਕਹਿੰਦਾ ਵੀ ਆਪਣੇ ਨੈਫਸ਼ੂਜ਼ ਨੂੰ, ਆਪਣੇ ਪਰਿਵਾਰ ਨੂੰ, ਜਿਹੜੇ ਬੱਚੇ ਗਰੋ ਅਪ ਆ ਰਹੇ ਉਹਦੇ ਪਰਿਵਾਰ ਵਿੱਚ ਹੋ ਰਹੇ ਆ, ਉਹ ਆਪਣੇ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਸੰਬੋਧਿਤ ਕਰਦਾ। ਉਸ ਵਿੱਚ ਉਹ ਕਹਿੰਦਾ ਕਿ ਡੂ ਗੋ ਬੈਕ ਟੂ ਯੋਰ ਪਾਸਟ ਬਟ ਡੋਂਟ ਲੈਟ ਦ ਪਾਸਟ ਟੂ ਸਟਾਪ ਯੂ ਗੋਇੰਗ ਫਾਰਵਰਡ। ਬਿਲਕੁਲ ਬਿਲਕੁਲ। ਕਿੰਨੀ ਵੱਡੀ ਉਹਨੇ ਗੱਲ ਕਹੀ। ਇੱਕ ਦਿਨ ਮੈਂ ਅੱਗੇ ਵੀ ਮੈਨੂੰ ਕਿਸੇ ਨੇ ਇੱਕ ਗੱਲ ਪੋਸਟ ਕੀਤੀ, ਉਹ ਵੀ ਮੈਨੂੰ ਬਹੁਤ ਅੱਛੀ ਲੱਗੀ ਕਿ ਆਪਾਂ ਸਾਰੇ ਚਾਹੁੰਦੇ ਹਾਂ ਕਿ ਆਪਾਂ ਕੁਛ ਨਾ ਕਿਸੇ ਨਾ ਕਿਸੇ ਟਾਈਮ ਤੇ ਆਪਾਂ ਆਪਣੇ ਪਾਸਟ ਵੱਲ ਸੋਚਦੇ ਹਾਂ। ਹਾਂਜੀ ਹਾਂਜੀ। ਉਹਨੇ ਇੱਕ ਬੜੀ ਮਿਸਾਲ ਦਿੱਤੀ, ਇੱਕ ਮੈਨੂੰ ਇੰਗਲਿਸ਼ ਵਿੱਚ ਕਿਸੇ ਨੇ ਮਤਲਬ ਮੇਰੇ ਤੇ ਪਾਇਆ, ਕੋਈ ਰਿਸ਼ਤੇਦਾਰ ਸੀਗਾ। ਉਹ ਕਹਿੰਦਾ ਕਿ ਤੁਸੀਂ ਜਿਹੜਾ ਨਾ ਤੁਸੀਂ ਕਾਰ ਚਲਾਉਂਦੇ ਆ, ਕਾਰ ਦਾ ਜਿਹੜਾ ਮੋਹਰੇ ਵਿੰਡ ਸਕਰੀਨ ਆ ਨਾ, ਉਹ ਬਹੁਤ ਵੱਡਾ, ਬਹੁਤ ਅੱਗੇ ਤੁਹਾਨੂੰ ਦਿਸਦਾ ਹੈਗਾ। ਉਹਦੀ ਸਾਈਡ ਤੇ ਇੱਕ ਛੋਟਾ ਜਿਹਾ ਵਿੰਡੋ ਵੀ ਹੁੰਦਾ ਜਿਹੜਾ ਕਿ ਪਿਛਲਾ ਮਾੜਾ ਜਿਹਾ ਤੁਹਾਨੂੰ ਦੱਸਦਾ ਕਿ ਪਿੱਛੇ ਕੀ ਆ। ਬਿਲਕੁਲ 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 ਬਿਲਕੁਲ। ਗੋ ਫਾਰਵਰਡ, ਜਿੱਥੇ ਤੁਹਾਨੂੰ ਬਹੁਤ ਕੁਝ ਦਿਸਦਾ, ਤੁਸੀਂ ਉਹ ਪਿਛਲੇ ਵਿੰਡ ਨਹੀਂ ਦੇਖੀ ਜਾਣਾ ਜਿੱਥੇ ਤੁਹਾਨੂੰ ਵੀ ਛੋਟੀ ਜਿਹੀ ਪਿੱਛੇ ਦਿਸਦੀ ਆ। ਬਿਲਕੁਲ ਬਿਲਕੁਲ। ਕਿੰਨੀ ਵੱਡੀ ਗੱਲ ਹੈ। ਸੋ ਮੈਂ ਇਹ ਗੱਲ ਕਹਿਣਾ ਹੈਗਾ ਕਿ ਠੀਕ ਆ, ਆਪਣਾ ਕਲਚਰ, ਆਪਣਾ ਧਰਮ ਤੁਹਾਨੂੰ ਹੱਕ ਆ ਪੂਰਾ ਰੱਖਣ ਦਾ, ਪਰ ਬੱਚਿਆਂ ਨੂੰ ਕਦੀ ਵੀ ਆਪਣੇ ਧਰਮ ਲਈ, ਆਪਣੇ ਕਲਚਰ ਲਈ, ਆਪਣੀ ਜ਼ੁਬਾਨ ਲਈ ਕਦੀ ਵੀ ਉਹਨਾਂ ਨੂੰ ਠੋਸ ਨਾ ਉਹਨਾਂ ਤੇ। ਬਿਲਕੁਲ। ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਪੋਇਜ਼ਨ ਨਾ ਭਰੋ। ਅਗਰ ਤੁਹਾਨੂੰ ਕਿਸੇ ਭਾਈਚਾਰੇ ਨਾਲ ਕਿਸੇ ਨਾਲ ਕੋਈ ਤੰਗੀ ਹੈ, ਕੁਛ ਆ, ਬੱਚਿਆਂ ਦੇ ਸਾਹਮਣੇ ਉਹ ਕਦੀ ਵੀ ਉਹ ਗੱਲ ਨਾ ਕਰੋ, ਤਾਂ ਕਿ ਕਿਉਂਕਿ ਬੱਚਿਆਂ ਦੇ ਦਿਮਾਗ ਵਿੱਚ ਕੋਈ ਨਫ਼ਰਤ ਵਾਲੀ ਗੱਲ ਨਾ ਪਵੇ। ਬੱਚਾ ਤੁਹਾਡਾ ਪਿਆਰ ਔਰ ਮੁਹੱਬਤ ਔਰ ਭਾਈਚਾਰੇ ਦੀ ਸਪਿਰਿਟ ਨਾ ਪੜੇ। ਅਗਰ ਇਹ ਸਪਿਰਿਟ ਹੋਏਗੀ ਨਾ ਪਿਆਰ ਔਰ ਮੁਹੱਬਤ ਦੀ, ਤਾਂ ਤੁਹਾਨੂੰ ਦੁਨੀਆ ਦੀ ਤਾਕਤ ਕੋਈ ਹਿਲਾ ਨਹੀਂ ਸਕਦੀ। ਬਿਲਕੁਲ ਬਿਲਕੁਲ। ਇਹ ਸਿੰਪਲ ਜੀ ਗੱਲ ਹੈਗੀ ਆ। ਹਾਂਜੀ ਹਾਂਜੀ। ਥੈਂਕ ਯੂ ਕਿਨਾ ਡਾਕਟਰ ਸਾਹਿਬ। ਥੈਂਕ ਯੂ ਸੁਮਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਹਰਭਜਨ ਸੁਮਨ ਹੋਣੀ ਗ੍ਰੇਵਜ਼ੈਂਟ ਤੋਂ, ਜਿਹੜੀਆਂ ਬਹੁਤ ਹੀ ਪਿਆਰੀਆਂ ਗੱਲਾਂ ਕਰ ਗਏ ਹੈਗੇ। ਇਹ ਬਿਲਕੁਲ ਸੱਚ ਹੈਗਾ। ਜੇ ਤੁਸੀਂ ਬੱਚੇ ਨੂੰ ਅਜੇ ਵੀ ਸਾਡੇ ਤੋਂ 2 ਮਿੰਟ ਬਾਕੀ ਹੈਗੇ ਆ, ਜੇ ਕਿਸੇ ਨੇ ਟੈਲੀਫੋਨ ਕਾਲ ਕਰਨੀ ਤਾਂ ਉਹ ਕਾਲ ਕਰ ਸਕਦਾ ਹੈਗਾ।
ਬੱਚੇ ਨੂੰ ਸੰਕੀਰਤਾ ਸੁਣਾਉਣੀ ਸਿਖਾਉਣੀ, ਯਾਨੀ ਕਿ ਜਾਂ ਆਪ ਵੀ ਸੰਕੀਰਨ ਜਿਹੜੀ ਸੋਚ ਹੈਗੀ ਆ ਉਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਆਪਣੀ ਵੀ ਦੂਬਰ ਬਣਾ ਰਹੇ ਹੈਗੇ, ਆਪਣੇ ਬੱਚਿਆਂ ਦੀ ਵੀ ਦੂਬਰ ਜ਼ਿੰਦਗੀ ਬਣਾ ਰਹੇ ਹਾਂ। ਜਦੋਂ ਕਿ ਅਸੀਂ ਇਹੋ ਜਿਹਾ ਮੁਲਕ ਵਿੱਚ ਬੈਠੇ ਹਾਂ ਜਿੱਥੇ ਤੁਸੀਂ ਆਪਣੀ ਫ੍ਰੀ ਗੱਲ ਕਰ ਸਕਦੇ ਹੈਗੇ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੈਗੇ ਆ, ਤੁਹਾਡੇ 'ਤੇ ਕੋਈ ਕਿਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈ। ਅੰਟਿਲ ਅਨਲੈਸ ਤੁਸੀਂ ਕਿਸੇ ਦੀਆਂ ਫੀਲਿੰਗਸ ਨੂੰ ਠੇਸ ਨਹੀਂ ਪਹੁੰਚਾਉਂਦੇ ਹੈਗੇ, ਫਿਰ ਤੁਸੀਂ ਪੂਰੇ ਆਜ਼ਾਦ ਹੈਗੇ ਆ। ਸੋ ਮੈਂ ਸਮਝਦਾ ਲੈ ਵੀ ਜਿਹੜਾ ਆਜ਼ਾਦ ਅਤੇ ਫ੍ਰੀ ਜਿਹੜਾ ਸੋਚਣਾ ਹੈਗਾ ਬਹੁਤ ਹੀ ਇੰਪੋਰਟੈਂਟ ਹੈਗਾ, ਅਤੇ ਲੌਜੀਕਲ ਅਤੇ ਰੈਸ਼ਨਲ ਸੋਚਣਾ ਬਹੁਤ ਜ਼ਰੂਰੀ ਹੈਗਾ। ਜਦੋਂ ਮੈਂ ਸਾਇੰਸਦਾਨਾਂ ਦੀ ਗੱਲ ਕਰ ਰਿਹਾ ਸੀਗਾ, ਸਾਇੰਸਦਾਨ ਕਦੇ ਨਹੀਂ ਕਹਿੰਦੇ ਵੀ ਮੈਂ ਅਮਰੀਕਨ ਸਾਇੰਸਦਾਨ ਹੈਗਾ, ਸਿਰਫ ਅਮਰੀਕਨ ਬੰਦੇ ਹੀ ਉਤੋਂ ਫਾਇਦਾ ਲੈਣ, ਯਾਨੀ ਕਿ ਜਾਂ ਜਿਹੜਾ ਹੈ ਕੋਈ ਕਵੇ ਬ੍ਰਿਟਿਸ਼ ਸਾਇੰਸਦਾਨ ਹੈਗਾ ਅਤੇ ਉਤੋਂ ਬ੍ਰਿਟਿਸ਼ ਸਾਇੰਸਦਾਨੀ ਜਿਹੜੇ ਲੋਕ ਹੈਗੇ ਉਹ ਫਾਇਦਾ ਲੈਣ। ਸੋ ਇਹਨਾਂ ਨੇ ਜਿਹੜੀਆਂ ਕਾਢਾਂ ਕੱਢੀਆਂ ਹੈਗੀਆਂ ਜਾਂ ਜਿਹੜੀਆਂ ਇਹਨਾਂ ਨੇ ਦਵਾਈਆਂ ਪੈਦਾ ਕੀਤੀਆਂ ਹੈਗੀਆਂ, ਸਾਰੀ ਲੁਕਾਈ ਲਈ ਹੈ, ਸਾਰੀ ਦੁਨੀਆ ਲਈ ਹੈ। ਸੋ ਕਈ ਵਾਰੀ ਸਾਡੇ ਧਾਰਮਿਕ ਲੋਕ ਯਾਨੀ ਕਿ ਗੱਲਾਂ ਤਾਂ ਇਹ ਕਰਦੇ ਹੈਗੇ, ਪਰ ਪ੍ਰੈਕਟਿਸ ਦੇ ਵਿੱਚ ਜੋ ਦੇਖਣ 'ਚ ਆਇਆ ਹੈਗਾ, ਅਸੀਂ ਕਈ ਵਾਰੀ ਉਹਨਾਂ ਗੱਲਾਂ ਤੋਂ ਅਜੇ ਤੱਕ ਵੀ ਨਿਜਾਤ ਨਹੀਂ ਪਾ ਸਕੇ। ਅਤੇ ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਹੈਗਾ, ਜਿਹੜਾ ਕਿ ਅੱਜ ਜੋ ਸਾਡੇ ਕਾਲਰਸ ਨੇ ਬਹੁਤ ਸਾਰਿਆਂ ਨੇ ਕਿਹਾ ਹੈਗਾ, ਸਾਨੂੰ ਆਪ ਇੱਕ ਜਿਹੜੀ ਹੈਗੀ ਐਗਜ਼ਾਮਪਲ ਬਣਨਾ ਪੈਂਦਾ ਹੈਗਾ। ਜਿੰਨੀ ਦੇਰ ਅਸੀਂ ਆਪ ਰੋਲ ਮਾਡਲ ਨਹੀਂ ਬਣਦੇ ਹੈਗੇ, ਉਨੀ ਦੇਰ ਮੇਰਾ ਖਿਆਲ ਬੱਚਿਆਂ ਨੂੰ ਸਮਝ ਵੀ ਨਹੀਂ ਲੱਗਦੀ ਹੈ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਤੁਸੀਂ ਕਰਦੇ ਕੁਛ ਹੋਰ ਹੈਗੇ ਆ ਅਤੇ ਦੱਸਦੇ ਕੁਛ ਹੋਰ ਹੈਗੇ ਆ, ਅਤੇ ਉਹਨਾਂ ਗੱਲਾਂ ਦਾ ਫਿਰ ਬੱਚੇ 'ਤੇ ਅਸਰ ਨਹੀਂ ਪੈਂਦਾ। ਜਿਹੋ ਜਿਹੀ ਯਾਨੀ ਕਿ ਜ਼ਹਿਰ, ਜਿਹੋ ਜਿਹੀ ਯਾਨੀ ਖੁਦਗਰਜ਼ੀ ਅਸੀਂ ਆਪ ਕਰਦੇ ਹੈਗੇ, ਉਹ ਬੱਚੇ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਹੈਗੇ ਆ। ਜੇ ਤੁਸੀਂ ਆਪ ਯਾਨੀ ਕਿਸੇ ਦਾ ਹਿੱਸਾ ਮਾਰ ਲਿਆ ਹੈਗਾ, ਕਿਸੇ ਨਾਲ ਧੱਕਾ ਕੀਤਾ ਹੈਗਾ, ਅਤੇ ਉਹ ਬੱਚੇ ਵੀ ਯਾਨੀ ਕਿ ਉਹ ਸਿੱਖਦੇ ਹੈਗੇ, ਮੇਰੇ ਬਾਪ ਨੇ ਵੀ ਇੱਦਾਂ ਕੀਤਾ ਸੀ, ਮੇਰੀ ਮਾਂ ਨੇ ਵੀ ਇੱਦਾਂ ਕੀਤਾ ਸੀ, ਅਤੇ ਇਹ ਸ਼ਾਇਦ ਨੋਰਮ ਹੈਗਾ। ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵੀ ਸੈਲਫਿਸ਼ ਯਾਨੀ ਕਿ ਹੋਣਾ ਜ਼ਰੂਰੀ ਹੈਗਾ ਫਾਰ ਆਵਰ ਸਰਵਾਈਵਲ, ਪਰ ਨੋਟ ਐਟ ਦੀ ਕੋਸਟ ਆਫ ਅਦਰ ਪੀਪਲ। ਬੇਸਿਕ ਕਿਸੇ ਹੋਰ ਦਾ ਜਿਹੜਾ ਹੈਗਾ ਹੱਕ ਮਾਰ ਕੇ ਆਪਣਾ ਯਾਨੀ ਕਿ ਜਿਹੜਾ ਹੈਗਾ ਸਭ ਕੁਛ ਹੀ ਹੜੱਪ ਕਰ ਲਈਏ, ਉਹਦੇ ਨਾਲ ਬਹੁਤ ਸਾਰੀ ਖਟਾਸ ਪੈਦਾ ਹੁੰਦੀ ਹੈ, ਬਹੁਤ ਸਾਰੀ ਜਿਹੜੀ ਹੈਗੀ ਆ ਨਫ਼ਰਤਾਂ ਪੈਦਾ ਹੁੰਦੀਆਂ ਹੈਗੀਆਂ, ਅਤੇ ਬਹੁਤ ਸਾਰੇ ਜਿਹੜੇ ਹੈਗੇ ਆ ਉਹਨਾਂ ਰੰਜਿਸ਼ ਵੀ ਪੈਦਾ ਹੁੰਦੇ, ਸਾਡੇ ਰਿਸ਼ਤੇ ਜਿਹੜੇ ਹੈਗੇ ਆ ਉਹ ਤਿੜਕਦੇ ਹੈ, ਭੁਰਦੇ ਹੈਗੇ ਆ ਅਤੇ ਟੁੱਟ ਜਾਂਦੇ ਹੈਗੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਇਸ ਬਿਮਾਰੀ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਿਜਾਤ ਪਾਈਏ ਅਤੇ ਆਪਣੀ ਇੱਕ ਐਗਜ਼ਾਮਪਲ ਜਾਂ ਕਿ ਪੈਦਾ ਕਰੀਏ। ਅਗਲੇ ਹਫ਼ਤੇ ਮੈਂ ਤੁਹਾਡੇ ਲਈ ਇੱਕ ਫੇਰ ਇਹੋ ਜਿਹਾ ਇੱਕ ਸਬਜੈਕਟ ਫੇਰ ਲੈ ਕੇ ਆਊਂਗਾ, ਅਤੇ ਮੈਨੂੰ ਤੁਹਾਡੇ ਟੈਲੀਫੋਨ ਕਾਲਸ ਦੀ ਫੇਰ ਇੰਤਜ਼ਾਰ ਰਹੂਗੀ। ਮੈਂ ਸਾਰੇ ਹੀ ਕਾਲਰਸ ਦਾ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਧੰਨਵਾਦੀ ਹਾਂ, ਜਿਹੜੇ ਕਿ ਮੇਰੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੈਗੇ ਆ, ਜਿਹੜੇ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਹੈਗੇ ਆ, ਅਤੇ ਅਗਲੇ ਹਫ਼ਤੇ ਮੈਨੂੰ ਤੁਹਾਡੀ ਫੇਰ ਜ਼ਰੂਰਤ ਰਹੂਗੀ। ਮੈਂ ਇੱਥੇ ਬਸ ਕਰਦਾ, ਅਗਲੇ ਹਫ਼ਤੇ ਤੁਹਾਨੂੰ ਫੇਰ ਮਿਲ ਜਾਈਏ ਇੱਥੇ ਬਸ ਮੇਰੀ ਜੀ। ਬਾਏ।